ਹੈਲੋ ਮਾਈ ਡੀਅਰ ਫਰੈਂਡਸ, ਸਭ ਨੂੰ ਸਤਿ ਸ਼੍ਰੀ ਅਕਾਲ। ਔਰ ਅੱਜ ਫਿਰ ਤੁਹਾਡੇ ਨਾਲ ਇੱਕ ਨਵੇਂ ਟੌਪਿਕ ਜਿਹੜਾ ਕਿ ਆਪਾਂ ਪਹਿਲਾਂ ਮਿੱਥਿਆ ਸੀ ਕਿ ਇਟਲੀ ਸਟੱਡੀ ਵੀਜ਼ਾ ਬਾਰੇ ਗੱਲ ਕਰਾਂਗੇ, ਤੇ ਉਹ ਲੈ ਕੇ ਤੁਹਾਡੇ ਨਾਲ ਅੱਜ ਤੁਹਾਡੇ ਸਾਹਮਣੇ ਆ। ਔਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਲਾਈਵ ਹੋਣ ਦੀ ਵੇਟ ਕਰਦੇ ਹੋ, ਔਰ ਜਿਹੜੀਆਂ ਸਾਡੀਆਂ ਵੀਡੀਓਜ਼ ਨੇ ਉਹ ਤੁਸੀਂ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ। ਤੋ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਤੁਸੀਂ ਪਿਆਰ ਆਪਣਾ ਬਣਾਈ ਰੱਖੋ। ਸੋ ਮਕਸਦ ਇਹੀ ਹੁੰਦਾ ਕਿ ਜੇ ਆਪਾਂ ਲਾਈਵ ਹੁੰਦੇ ਹਾਂ ਤੇ ਇੱਕ ਤਾਂ ਵਰਲਡ ਅਪਡੇਟ ਬਾਰੇ ਪਤਾ ਲੱਗੇ ਕਿ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਕੀ ਹੋ ਰਿਹਾ, ਉਹਦੇ ਬਾਰੇ ਕਲੈਰਿਟੀ ਹੋਵੇ, ਪਲੱਸ ਸਹੀ ਤਰੀਕੇ ਨਾਲ ਆਪਾਂ ਵਿਦੇਸ਼ ਕਿਵੇਂ ਜਾ ਸਕਦੇ ਹਾਂ, ਫੋਰਨ ਕੰਟਰੀ ਕਿਵੇਂ ਜਾ ਸਕਦੇ ਹਾਂ, ਉਹਦੇ ਬਾਰੇ ਆਪਾਂ ਨੂੰ ਕਲੈਰਿਟੀ ਹੋਣੀ ਚਾਹੀਦੀ ਹੈ। ਸੋ ਮੈਂ ਦੀਪ ਅਰੋੜਾ ਤੁਹਾਡੇ ਨਾਲ ਅੱਜ ਫਿਰ ਪਰਲ ਪੈਲੇਸ ਕੁਮਾਰ ਮੰਡੀ ਲੁਧਿਆਣਾ ਤੋਂ ਇੰਟਰੈਕਟਿਡ ਆ। ਔਰ ਫਰਮ ਦਾ ਲਾਸਟ 5 ਇਅਰਸ ਅਸੀਂ ਪਰਲ ਪੈਲੇਸ ਤੋਂ ਆਪਰੇਟ ਕਰ ਰਹੇ ਹਾਂ। ਔਰ ਸੈਕੰਡ ਜਿਹੜਾ ਆਫਿਸ ਤੁਹਾਨੂੰ ਦੱਸਿਆ ਸੀ ਕਿ ਗੰਗਾ ਨਗਰ ਰਾਜਸਥਾਨ ਦੀ ਸੈਕੰਡ ਆਫਿਸ ਅਸੀਂ ਲਾਸਟ ਮੰਥ ਆਪਰੇਟ ਕੀਤਾ। ਔਰ ਬਿਲਕੁਲ ਗੰਗਾ ਨਗਰ ਦੇ ਬੱਸ ਸਟੈਂਡ ਦੇ ਆਲਮੋਸਟ ਉੱਪਰ ਹੀ ਹੈ, ਹਾਫ ਕਿਲੋਮੀਟਰ ਦਾ ਵੀ ਡਿਸਟੈਂਸ ਨਹੀਂ ਹੈ। ਔਰ ਤੁਸੀਂ ਉੱਥੇ ਵੀ ਸਾਡੇ ਸਟਾਫ ਨਾਲ ਇੰਟਰੈਕਟ ਕਰ ਸਕਦੇ ਹੋ। ਮੰਡੇ ਔਰ ਟਿਊਜ਼ਡੇ 2 ਦਿਨ ਮੈਂ ਹਫਤੇ 'ਚ ਉੱਥੇ ਹੁੰਦਾ ਵਾਂ। ਜੇ ਸਪੋਜ਼ ਜਿਹੜੇ ਅਬੋਹਰ ਵਾਲੇ ਨੇ ਉਹ ਸਪੋਜ਼ ਮੈਨੂੰ ਮਿਲਣਾ ਚਾਹੁੰਦੇ ਨੇ, ਜਾਂ ਮਲੋਟ ਵਾਲੇ ਨੇ ਉਹ ਮਿਲਣਾ ਚਾਹੁੰਦੇ ਨੇ, ਬਠਿੰਡੇ ਵਾਲੇ ਮਿਲਣਾ ਚਾਹੁੰਦੇ ਨੇ, ਤੇ ਉਹ ਵੀ ਉੱਥੇ ਜਾ ਕੇ ਮੈਨੂੰ ਮਿਲ ਸਕਦੇ ਨੇ। ਔਰ ਜੇ ਆਪਾਂ ਗੱਲ ਕਰੀਏ ਵਰਲਡ ਅਪਡੇਟ ਦੀਆਂ, ਵਰਲਡ ਅਪਡੇਟ ਦੇ ਵਿੱਚ ਕੋਈ ਖਾਸ ਹਾਲੇ ਫਰਕ ਨਹੀਂ ਹੈ ਕਿਉਂਕਿ ਕੋਵਿਡ ਦੇ ਕੇਸਿਸ ਵੈਸੇ ਵੀ ਇੰਡੀਆ ਵਿੱਚ ਜ਼ਿਆਦਾ ਆ ਰਹੇ ਨੇ। ਔਰ ਜੇ ਮੈਂ ਨਾਰਥ ਇੰਡੀਆ ਦੀ ਗੱਲ ਕਰਾਂ ਤਾਂ ਕੇਸਿਸ ਵੱਧ ਰਹੇ ਨੇ। ਸੋ ਪ੍ਰੀਕਾਸ਼ਨਸ ਦੀ ਜ਼ਰੂਰਤ ਹੈ। ਜਿਹੜੀ ਸਰਕਾਰ ਸਾਨੂੰ ਇਨਸਟਰਕਸ਼ਨ ਦਿੰਦੀ ਹੈ ਕਿ ਅਸੀਂ ਥੋੜੀ ਦੂਰੀ ਬਣਾ ਕੇ ਰੱਖੀਏ, ਮਾਸਕ ਲਗਾ ਕੇ ਰੱਖੀਏ, ਤਾਂ ਉਹ ਸਾਨੂੰ ਉਹਦਾ ਪਾਲਣ ਕਰਨਾ ਚਾਹੀਦਾ ਹੈ। ਸੋ ਓਵਰਆਲ ਜੇ ਗੱਲ ਕਰਾਂ ਤੇ ਵਿਜ਼ਟਰ ਵੀਜ਼ਾਸ ਹਾਲੇ ਜਿਹੜੀ ਫਲਾਈਟਸ ਨੇ ਉਹ ਪੋਸੀਬਲ ਨਹੀਂ ਹੈ। ਯੂਕੇ ਦੇ ਲਈ ਕੁਝ ਫਲਾਈਟਸ ਪੋਸੀਬਲ ਨੇ, ਔਰ ਸ਼ੈਂਜਨ ਵੀਜ਼ਾਸ ਦੇ ਲਈ ਜਿਹੜੇ ਕਿ 26 ਕੰਟਰੀਜ਼ ਦਾ ਵੀਜ਼ਾ ਹੁੰਦਾ, ਤੁਸੀਂ ਉੱਥੇ ਵੀ ਜਾ ਸਕਦੇ ਹੋ। ਬਟ 14 ਮਈ ਤੋਂ ਬਾਅਦ ਕੁਝ ਕਲੈਰਿਟੀ ਜ਼ਿਆਦਾ ਹੋਏਗੀ ਕਿ ਤੁਸੀਂ ਕਿਵੇਂ ਉਸ ਕੰਟਰੀ ਦੇ ਵਿੱਚ, ਜਿਹੜੀਆਂ ਕੰਟਰੀਜ਼ ਮੈਂ ਬੋਲੀਆਂ ਨੇ 26 ਕੰਟਰੀਜ਼, ਤੁਸੀਂ ਕਿਵੇਂ ਫਲਾਈਟ ਲੈ ਸਕਦੇ ਹੋ। ਸੋ ਫਿਲਹਾਲ ਹਾਲੇ ਵਿਜ਼ਿਟ ਜਾਂ ਟੂਰਿਜ਼ਮ ਦੇ ਬੇਸਿਸ ਤੇ ਹਾਲੇ ਨਾ ਜਾਓ। ਔਰ ਜਿਹੜੇ ਸਟੱਡੀ ਵੀਜ਼ਾਸ ਲੱਗ ਰਹੇ ਨੇ ਯੂਕੇ ਦੇ ਲਈ ਐਂਡ ਬਾਕੀ ਕੈਨੇਡਾ ਦੇ ਲਈ, ਉਹ ਸਟੂਡੈਂਟ ਜਾ ਰਹੇ ਨੇ, ਉਹਦੇ ਲਈ ਤੁਸੀਂ ਵੀ ਵੈਲਕਮ ਹੋ। ਪ੍ਰੋਸੈਸਿੰਗ ਚੱਲ ਰਹੀ ਹੈ। ਸਮਾਂ ਚਾਹੇ ਥੋੜਾ ਜਿਹਾ ਜਾ ਲੱਗਣ ਲੱਗ ਗਿਆ ਅੱਗੇ, ਜਿਵੇਂ ਸਪੋਜ਼ 2 ਤੋਂ 2.5 ਮਹੀਨੇ ਦੇ ਵਿੱਚ ਇਹ ਪ੍ਰੋਸੈਸਿੰਗ ਹੋ ਜਾਂਦੀ ਸੀ, ਹੁਣ ਇਹਨੂੰ ਮੰਨ ਕੇ ਤੁਰੋ ਕਿ 4 ਮਹੀਨੇ ਲੱਗ ਜਾਂਦੇ ਨੇ। ਸੋ ਜਿਹੜੇ ਮੇਰੇ ਫਰੈਂਡਸ ਸੈਪਟੈਂਬਰ ਇਨਟੇਕ ਲੈਣ ਜਾਣਾ ਚਾਹੁੰਦੇ ਨੇ ਉਹ ਤਾਂ ਇਮੀਡੀਏਟ ਆਪਣੇ ਐਕਸ਼ਨ 'ਚ ਆ ਜਾਣ, ਨਹੀਂ ਤੇ ਜਿਹੜੀ ਜਨਵਰੀ 2022 ਦੀ ਇਨਟੇਕ ਹੈ ਉਹੀ ਮਿਲੇਗੀ। ਸੋ ਕੋਸ਼ਿਸ਼ ਇਹ ਕਰਿਆ ਕਰੋ ਕਿ 4-5 ਮਹੀਨੇ ਪਹਿਲਾਂ ਹੀ ਤਿਆਰੀ ਰੱਖਿਆ ਕਰੋ, ਕਿਉਂਕਿ ਜਿਹੜੇ ਸਟੂਡੈਂਟਸ ਨੇ ਆਇਲਸ ਦੇਣੇ ਹੁੰਦੇ ਨੇ, ਉਹਨਾਂ ਦੇ ਰਿਜ਼ਲਟ ਆਣੇ ਨੇ, ਉਸ ਤੋਂ ਬਾਅਦ ਫਿਰ ਤੁਸੀਂ ਆਫਰ ਲੈਟਰ ਅਪਲਾਈ ਕਰਨੀ ਹੈ, ਆਫਰ ਲੈਟਰਸ ਆਣੇ ਨੇ, ਤਾਂ ਸਮਾਂ ਲੱਗ ਜਾਂਦਾ ਹੈ। ਔਰ ਕੋਸ਼ਿਸ਼ ਇਹ ਕਰੋ ਕਿ 5 ਮਹੀਨੇ ਆਪਣੇ ਦਿਮਾਗ 'ਚ ਰੱਖੋ ਕਿ ਕੈਨੇਡਾ ਦਾ ਵੀਜ਼ਾ ਲੈਣ ਦੇ ਲਈ ਤੋਂ ਜਿਨ੍ਹਾਂ ਨੇ ਸੈਪਟੈਂਬਰ 'ਚ ਵੀ ਜਾਣਾ ਹੈ ਤੋਂ ਇਮੀਡੀਏਟ ਐਕਸ਼ਨਸ ਲਵੋ। ਔਰ ਜਿਹੜੇ ਤੁਹਾਡੇ ਨਜ਼ਦੀਕ ਕੰਸਲਟੈਂਟਸ ਹੈਗੇ ਨੇ, ਚੰਗੇ ਕੰਸਲਟੈਂਟ ਨੇ, ਇਮਾਨਦਾਰ ਕੰਸਲਟੈਂਟ ਨੇ, ਨੌਲੇਜ ਵਾਲੇ ਨੇ, ਉਹਨਾਂ ਨੂੰ ਜਾ ਕੇ ਮਿਲੋ ਔਰ ਆਪਣੀ ਜਿਹੜੀ ਪ੍ਰੋਫਾਈਲ ਜਿਹੜੀ ਹੈ ਉਹਨਾਂ ਨੂੰ ਦਿਖਾਓ ਔਰ ਤੁਸੀਂ ਆਪਣਾ ਵੀਜ਼ਾ ਲਓ। ਓਕੇ, ਸੋ ਅੱਜ ਦਾ ਜਿਹੜਾ ਟੌਪਿਕ ਸੀ ਉਹ ਬਹੁਤ ਹੀ ਇੰਪੋਰਟੈਂਟ ਹੈ ਜੀ। ਇਟਲੀ ਦਾ ਜਿਹੜਾ ਸਟੱਡੀ ਵੀਜ਼ਾ, ਕਿਉਂਕਿ ਦੇਖੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਾਰੇ ਕਰਦੇ ਆ ਕੰਸਲਟੈਂਟ। ਔਰ ਮਾਈਂਡ ਦੇ ਵਿੱਚ ਮੇਰੇ ਆਇਆ ਕਿ ਕਿਉਂ ਨਾ ਅਸੀਂ ਜਿਹੜੀਆਂ ਯੂਰਪ ਦੇ ਵਿੱਚ ਜਿਹੜੀ ਸ਼ੈਂਜਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਜਿਹੜਾ ਇੱਕ ਇਟਲੀ ਮੇਨ ਹੈ ਉਹਦੇ ਬਾਰੇ ਕਿਉਂ ਡਿਸਕਸ ਕਰੀਏ। ਜਿੰਨੇ ਵੀ ਮੈਕਸਿਮਮ ਕੰਟਰੀਜ਼ ਨੇ ਸ਼ੈਂਜਨ ਦੇ, ਜਿਵੇਂ ਤੁਹਾਨੂੰ 26 ਕੰਟਰੀਜ਼ ਬੋਲੇ ਨੇ, ਇਹਨਾਂ ਸਾਰੀਆਂ ਜਿਹੜੀ ਫੀਸਿਸ ਨੇ, ਜਿਹੜੇ ਇਹਨਾਂ ਦੀਆਂ ਸਟਰਕਚਰ ਹੈ, ਉਹ ਅਪਰੋਕਸੀਮੇਟਲੀ ਮੰਨ ਕੇ ਤੁਰੋ ਕਿ 3-3.5 ਲੱਖ ਤੋਂ ਸ਼ੁਰੂ ਹੁੰਦਾ ਹੈ ਔਰ ਇਹ ਜਾਂਦਾ ਹੈ ਅਪਰੋਕਸੀਮੇਟਲੀ 10-12 ਲੱਖ ਰੁਪਏ ਫੀਸ ਜਾਂਦੀ ਹੈ। तो एक स्टूडेंट कहता कि जे मैं डेनमार्क च पढ़ना है या स्विट्जरलैंड पढ़ना है, मैं 10 लाख रुपए फीस देनी पै रही है, और जे जर्मनी पढ़ना चाहते हो तुम उत्थे एक ब्लॉग अकाउंट भी खुलता है, उसकी कीमत भी आलमोस्ट 9 लाख रुपया है। तो 10 लाख फीस होगी, 9 लाख ब्लॉग अकाउंट हो गया, तो 19-20 लाख के स्टूडेंट सोचता कि क्यों ना मैं कैनेडा या किसी होर कंट्री चले जावां। सो साडी अज जिहड़ी कोशिश ये रही है थोड़ा गल करन दी इटली के वीज़ाज लई, वो है कि ਅਸੀਂ कुछ ऐसी यूनिवर्सिटीज़ लैके आए हैं जिन्हां विच स्कॉलरशिप है, और वो भी स्कॉलरशिप ऐसी कि तुसीं सुन के हैरान हो जाओगे।
और ਜਿਹੜੀ ਫੀਸ ਸਟਰਕਚਰ ਹੈ ਉਹ ਵੀ ਸੁਣ ਕੇ ਹੈਰਾਨ ਹੋ ਜਾਓਗੇ, ਆਲਮੋਸਟ ਫ੍ਰੀ ਆਫ ਕਾਸਟ ਹੈ। तो ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅਗਲੇ 20-25 ਮਿੰਟ ਮੇਰੇ ਨਾਲ ਰਹੀਓ। ਔਰ ਵੀਡੀਓਜ਼ ਜਿਹੜੀਆਂ ਤੁਸੀਂ ਇਸ ਟਾਈਮ ਦੇਖ ਰਹੇ ਹੋ, ਇਹ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਵੀਡੀਓਜ਼ ਪੈ ਜਾਣਗੀਆਂ, ਜਿਹਦੇ ਵਿੱਚ ਅਸੀਂ ਫੇਸਬੁੱਕ ਤਾਂ ਖੈਰ ਕਵਰ ਕਰਦੇ ਹੀ ਹਾਂ, ਲਿੰਕਡਇਨ ਕਵਰ ਕਰਦੇ ਹਾਂ, ਇੰਸਟਾਗ੍ਰਾਮ ਕਵਰ ਕਰਦੇ ਹਾਂ ਔਰ ਟਵਿੱਟਰ ਕਵਰ ਕਰਦੇ ਹਾਂ। तो ਆਲਮੋਸਟ ਸਾਰੇ ਹੀ ਜਿਹੜੇ ਸੋਸ਼ਲ ਮੀਡੀਆਜ਼ ਨੇ ਉਹ 'ਚ ਵੀਡੀਓ ਪੈ ਜਾਂਦੀ ਹੈ। ਔਰ ਜਿਹੜੇ ਫਿਲਹਾਲ ਮੇਰੇ ਨਾਲ ਲਾਈਵ ਨਹੀਂ ਵੀ ਹੋਣਗੇ ਉਹ ਵੀ ਬਾਅਦ ਚੋਂ ਇਹ ਵੀਡੀਓਜ਼ ਦੇਖ ਕੇ ਇਹਦਾ ਬੈਨੀਫਿਟ ਲੈ ਸਕਦੇ ਨੇ। ਸੋ ਤੁਸੀਂ YouTube ਤੇ ਵੀਡੀਓਜ਼ ਦੇਖ ਸਕਦੇ ਹੋ। ਅਪਰੋਕਸੀਮੇਟਲੀ ਅਸੀਂ 80 ਵੀਡੀਓਜ਼ ਉੱਥੇ ਪਈਆਂ ਨੇ, ਜਿਨ੍ਹਾਂ ਵਿੱਚ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, US, UK, ਸਿੰਗਾਪੁਰ, ਸਾਈਪਰਸ, ਇਟਲੀ, ਆਲਮੋਸਟ ਕੋਈ ਕੰਟਰੀ ਛੱਡੀ ਨਹੀਂ ਹੈ। ਆਲਮੋਸਟ ਸਾਰੀਆਂ ਹੀ ਕੰਟਰੀਜ਼ ਦੇ ਅਸੀਂ ਜਿਹੜੇ ਬੇਸਿਕਸ ਨੇ ਕਿ ਇੱਕ ਸਟੂਡੈਂਟ ਜਿਹੜਾ ਬਾਹਰ ਜਾਣਾ ਚਾਹੁੰਦਾ ਹੈ ਉਹਨੂੰ ਪੂਰੇ ਗੂਗਲ ਨੂੰ ਸਰਚ ਕਰਨ ਦੀ ਬਜਾਏ ਸਿਰਫ ਸਾਡੀਆਂ 4-5 ਮਿੰਟ ਦੀ ਵੀਡੀਓਜ਼ ਨੇ ਉਹ ਦੇਖ ਲੈਂਦਾ, ਉਹਨੂੰ ਬੇਸਿਕਸ ਕਲੈਰਿਟੀ ਹੋ ਜਾਂਦੀ ਹੈ। ਉਸ ਤੋਂ ਬਾਅਦ ਵਿਕੀਪੀਡੀਆ ਹੈ, ਹੋਰ ਕਈ ਤੁਹਾਡੇ ਕੋਲ ਤਰੀਕੇ ਨੇ ਸੋਸ਼ਲ ਮੀਡੀਆ ਦੇ ਵਿੱਚ ਆਪਣੇ ਆਪ ਨੂੰ ਐਕਸਪਲੋਰ ਕਰਨ ਦੇ, ਤੁਸੀਂ ਜਾ ਕੇ ਵੀਡੀਓਜ਼ ਦੇਖ ਸਕਦੇ ਹੋ। ਔਰ ਜਿਹੜੀ ਮੈਂ ਇੱਕ ਬਹੁਤ ਇੰਪੋਰਟੈਂਟ ਗੱਲ ਤੁਹਾਨੂੰ ਮੈਂ ਕਰਨਾ ਚਾਹੁੰਦਾ ਸੀ ਉਹ ਇਹੀ ਹੈ ਕਿ ਜਿਹੜੇ ਮੇਰੇ ਫਰੈਂਡਸ ਜਿਹੜੇ ਹੁਣ ਇਮੀਗ੍ਰੇਸ਼ਨ ਸੈਕਟਰ ਦੇ ਵਿੱਚ ਆਏ ਨੇ, ਜਿਨ੍ਹਾਂ ਨੇ ਆਇਲ ਸੈਂਟਰ ਖੋਲ੍ਹੇ ਨੇ ਜਾਂ ਕੰਮ ਕਰ ਰਹੇ ਨੇ ਇਮੀਗ੍ਰੇਸ਼ਨ ਦਾ, ਉਹ ਮਾਈ ਵੀਜ਼ਾ ਦੇ ਨਾਲ ਕੰਮ ਕਰ ਸਕਦੇ ਨੇ। ਅਸੀਂ ਆਪਣੀ ਅਰਨਿੰਗ ਦਾ 70% ਜਿਹੜਾ ਹੈ ਉਹਨਾਂ ਨੂੰ ਸ਼ੇਅਰ ਕਰਦੇ ਹਾਂ। ਲੈਟਸ ਸਪੋਜ਼ ਸਾਨੂੰ ਜਿਹੜੀ ਅਰਨਿੰਗ ਹੈ ਉਹ 100 ਰੁਪਈਜ਼ ਹੁੰਦੀ ਹੈ ਤਾਂ ਅਸੀਂ 70 ਰੁਪਈਜ਼ ਜਿਹੜਾ ਹੈ ਉਹ ਦੇ ਦਿੰਦੇ ਹਾਂ। ਮੈਂ ਐਗਜ਼ਾਮਪਲ ਦੇ ਰਿਹਾ 100 ਰੁਪਈਜ਼ ਦੀ ਕਿ ਅਸੀਂ 70% ਜਿਹੜਾ ਹੈ ਉਹ ਆਪਣੇ ਜਿਹੜੇ ਸਾਡੇ ਨਾਲ ਐਸੋਸੀਏਟ ਹੁੰਦੇ ਨੇ, ਐਸੋਸੀਏਟ ਪਾਰਟਨਰ ਹੁੰਦੇ ਨੇ, ਅਸੀਂ ਉਹਨੂੰ ਦਿੰਦੇ ਹਾਂ। ਅਸੀਂ ਉਹਨਾਂ ਲਈ ਕੀ ਕਰਦੇ ਹਾਂ? ਫਸਟ ਆਫ ਆਲ ਉਹਨਾਂ ਦੀ ਸਾਰੀ ਫਾਈਲਿੰਗ ਅਸੀਂ ਖੁਦ ਕਰਦੇ ਹਾਂ, ਉਹਨਾਂ ਦੇ ਸਟੂਡੈਂਟ ਦੀ ਕਾਉਂਸਲਿੰਗ ਵੀ ਅਸੀਂ ਆਪ ਕਰਦੇ ਹਾਂ। ਤੇ ਜੇ ਸਾਨੂੰ ਜਿਹੜੇ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਨੇ ਉਹ ਕਹਿੰਦੇ ਕਿ ਸਾਡੇ ਤੁਸੀਂ ਇੰਸਟੀਚਿਊਟ 'ਚ ਆ ਕੇ ਜਾਂ ਸਾਡੇ ਪਰਟੀਕੂਲਰ ਸੈਂਟਰ 'ਚ ਆ ਕੇ ਸਟੂਡੈਂਟ ਨੂੰ ਕਾਉਂਸਲਿੰਗ ਦਿਓ, ਤਾਂ ਅਸੀਂ ਸਟੂਡੈਂਟ ਨੂੰ ਵੀ ਕਾਉਂਸਲਿੰਗ ਦਿੰਦੇ ਹਾਂ, ਜਿਹਦੇ ਵਿੱਚ ਮਾਈ ਵੀਜ਼ਾ ਦਾ ਨਾਮ ਅਸੀਂ ਐਕਸਪਲੋਰ ਨਹੀਂ ਕਰਦੇ। ਉਹ ਜਿਹੜਾ ਜਿਹੜੇ ਸਾਨੂੰ ਬੁਲਾਉਂਦੇ ਨੇ, ਜਿਹੜੇ ਸਾਡੇ ਫਰੈਂਡਸ ਬੁਲਾਉਂਦੇ ਨੇ, ਅਸੀਂ ਉਹਨਾਂ ਦੇ ਹੀ ਐਸੋਸੀਏਟ ਬਣ ਕੇ ਜਿਹੜੇ ਸਟੂਡੈਂਟਸ ਨੂੰ ਗਾਈਡ ਕਰਦੇ ਹਾਂ। ਤੋ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਟੂਡੈਂਟਸ ਫਿਲਹਾਲ +2 ਕਰ ਰਹੇ ਨੇ ਜਾਂ ਕਰ ਲਈ ਹੈ ਤਾਂ ਕਰੀਅਰ ਕਾਉਂਸਲਿੰਗ ਜ਼ਰੂਰ ਲੈ ਲੈਣ ਕਿ ਵੀ ਆਰਟਸ ਤੋਂ ਬਾਅਦ ਜਾਂ ਕਾਮਰਸ ਤੋਂ ਬਾਅਦ, ਮੈਡੀਕਲ ਤੋਂ ਬਾਅਦ, ਨਾਨ ਮੈਡੀਕਲ ਤੋਂ ਬਾਅਦ ਕਿਹੜੇ ਸਟਰੀਮ ਹੁੰਦੇ ਨੇ, ਕੋਰਸਿਸ ਨੇ, ਪ੍ਰੋਗਰਾਮਸ ਨੇ, ਉਹਨਾਂ ਬਾਰੇ ਵੀ ਤੁਸੀਂ ਸਾਡੇ ਤੋਂ ਫ੍ਰੀ ਆਫ ਕਾਸਟ ਨੌਲੇਜ ਲੈ ਸਕਦੇ ਹੋ। ਸੋ ਮੈਂ ਤੁਹਾਨੂੰ ਇਹ ਕਹਿ ਰਿਹਾ ਸੀ ਕਿ ਜਿਹੜੇ ਮੇਰੇ ਫਰੈਂਡਸ ਫॉर एग्जांपल ਅਸੀਂ ਗੰਗਾਨਗਰ ਸਾਡਾ ਆਫਿਸ ਹੈ, तो लुधियाने तो जो गंगानगर जाने तो जी बेल्ट है, फॉर एग्जांपल मोगा है या श्री मुक्तसर है और कोटकपूरा है या मलोड है, तो इस बेल्ट के विच या अबोहर है, इस बेल्ट जिन्ने भी कंसलटेंट आते हैं वो सानू मतलब कम्यूनिकेट कर सकते हैं कि असी उन्होंने पूरी हैल्प करांगे। तो जे कोई रामपुरा फूल या गिद्दड़बाहा या बठिंडे वाल भी बेल्ट आती है तो असी उत्थे भी उन्होंने जी उन्होंने हैल्प कर सकते हैं, उन्होंने डील कर सकते हैं। सो थोनू खुला मतलब न्योता है, इनविटेशन है कि यू कैन ज्वाइन माई वीज़ा ओवरसीज, जिहदे विच तुहानू असीं 3 डेज़ की ट्रेनिंग भी देने हैं। देखो हुण तुहानू कई बारी हुंदा कि तुसीं काम करना शुरू करदे हो, तुहानू प्रोफाइल बारे क्लैरिटी नहीं हुंदी कि एक स्टूडेंट की सी प्रोफाइल राइट फ्रॉम बिगिनिंग किवें चैक करनी है। तो असीं उस चीज़ की तुहानू ट्रेनिंग देने कि जिवें कोई स्टूडेंट आंदा है ਉਹਦੇ ਅਸੀਂ ਤੁਹਾਡੇ +2 ਦੇ ਮਾਰਕਸ ਕਿੰਨੇ ਨੇ, ਇੰਡੀਵਿਜੂਅਲ ਮਾਰਕਸ ਦੇਖਦੇ ਹਾਂ, ਓਵਰਆਲ ਮਾਰਕਸ ਦੇਖਦੇ ਹਾਂ, ਫਿਰ ਆਇਲਸ ਵਿੱਚ ਕਿੰਨੇ ਬੈਂਡ ਨੇ, ਬਜਟ ਕੀ ਹੈ ਔਰ ਕਿਸ ਕੰਟਰੀ ਦੇ ਵਿੱਚ ਉਹ ਇੰਟਰਸਟਿਡ ਨੇ, ਕਿਹੜੇ ਕੋਰਸ ਵਿੱਚ ਇੰਟਰਸਟਿਡ ਨੇ, ਉਹ ਸਾਰੀ ਇੱਕ ਸਕਰੂਟਨੀ ਕਰਕੇ ਪੂਰਾ ਫਿਲਟਰ ਲਗਾ ਕੇ ਅਸੀਂ ਐਂਡ ਆਫ ਦਾ ਡੇ ਉਹਨਾਂ ਨੂੰ ਇੱਕ ਮਤਲਬ 2-3 ਜਿਹੜੀਆਂ ਕਾਲਜਿਸ ਨੇ, ਯੂਨੀਵਰਸਿਟੀਜ਼ ਨੇ ਜਾਂ ਕੋਰਸਿਸ ਨੇ, ਉਹਨਾਂ ਦਾ ਅਸੀਂ ਆਪਸ਼ਨ ਦਿੰਦੇ ਹਾਂ ਕਿ ਤੁਸੀਂ ਇਹਨਾਂ ਵਿੱਚੋਂ ਚੂਜ਼ ਕਰ ਸਕਦੇ ਹੋ। तो बड़ा ईजी हो जाता स्टूडेंट के लिए कि भी ओवरऑल जे आप सिनेरियो देखिए तो बहुत मुश्किल होता है जो काउंसलिंग करते हैं, जो असी स्टूडेंट बैठते हैं तो क्लैरिटी हो जाती है, और जो साडे नाल एसोसीएट होंगे ने वो साडे नाल ही बैठते हैं तो उन्होंने भी क्लैरिटी हो जाती है कि भी एक स्टूडेंट को आप कोर्सिस किवें दे सकते हैं, कंट्री किवें चूज करनी है या सिटी किवें चूज करनी है। सो जिहड़े भी एसोसीएट साडे नाल जुड़ना चाहते हैं वो चाहे वो नॉर्थ इंडिया के ने, ईवन साडे नाल बॉम्बे तो भी लोग जुड़े हुए हैं, हैदराबाद तो भी लोग जुड़े हुए हैं, तो तुसी भी उन्हों का एक पार्ट बन सकते हो। मोर दैन 100+ साडे नाल जिहड़े लोग ने वो जुड़े हुए हैं, असीं उन्हां दी पूरी हैल्प करते हैं। हैल्प इन द सेंस ऑफ असीं उन्हां नूं रिटन मटीरियल दिंदे हां कि भी तुसी वो मटीरियल जिहड़ा कि स्टूडेंट की काउंसलिंग हेल्प करता है। जो असीं ट्रेनिंग दिंदे हां 3 डेज़ की, तुसीं साडे कोल ऑनलाइन ट्रेनिंग भी लै सकदे हो,
ਸਾਡੇ ਨਾਲ ਵੀਡੀਓ ਕਾਲਿੰਗ ਕਰਕੇ ਵੀ ਟ੍ਰੇਨਿੰਗ ਲੈ ਸਕਦੇ ਹੋ ਤੇ ਜਿਹੜੇ ਸਾਡੇ ਆਫਿਸ ਆ ਕੇ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਉਹ ਵੀ ਲੈ ਸਕਦੇ ਨੇ। ਤਾਂ ਡੇਲੀ ਮਤਲਬ ਜਿਹੜੀ ਫਸਟ ਡੇ ਦੀ ਟ੍ਰੇਨਿੰਗ ਹੁੰਦੀ ਹੈ ਉਹ 2 ਆਵਰਸ ਦੀ ਹੁੰਦੀ ਹੈ ਔਰ ਜਿਹੜੀ ਇਹ ਸਟੱਡੀ ਵੀਜ਼ਾ ਟ੍ਰੇਨਿੰਗ 2 ਆਵਰਸ ਦੀ ਹੈ। ਉਸ ਤੋਂ ਜਿਹੜੀ ਵਿਜ਼ਟਰ ਵੀਜ਼ਾ ਟ੍ਰੇਨਿੰਗ ਹੈ ਉਹ 2 to 3 ਆਵਰਸ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਸਕ੍ਰਿਪਟ ਕਾਲਿੰਗ ਹੈ ਉਹ ਵੀ ਤੁਹਾਡੀ 2 to 3 ਆਵਰਸ ਦੀ ਟ੍ਰੇਨਿੰਗ ਹੁੰਦੀ ਹੈ। ਤਾਂ ਅਪਰੋਕਸੀਮੇਟਲੀ 6-7 ਘੰਟੇ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਬੇਸਿਕਸ ਵੱਲੋਂ ਸਟਰੋਂਗ ਕਰ ਸਕਦੇ ਹੋ। ਉਸ ਤੋਂ ਬਾਅਦ ਤੁਹਾਡੀ ਆਪਣੀ ਹਿੰਮਤ ਹੈ, ਤੁਹਾਡੀ ਆਪਣੀ ਮਿਹਨਤ ਹੈ ਕਿ ਤੁਸੀਂ ਉਹ ਕਿੰਨੀ ਗਹਿਰਾਈ ਜਾਂਦੇ ਹੋ ਔਰ ਸਟੂਡੈਂਟਸ ਦੀ ਕਿੰਨੀ ਹੈਲਪ ਕਰਦੇ ਹੋ, ਕਿਉਂਕਿ ਮੈਂ ਸਮਝਦਾ ਕਿ ਇੱਕ ਸੇਵਾ ਹੈ। ਦਿਸ ਇਜ਼ ਸਰਵਿਸ ਟੂ ਦ ਨੇਸ਼ਨ ਕਿ ਜੇ ਸਾਨੂੰ ਪਤਾ ਹੈ ਕਿ ਕਿਹੜੇ ਕੋਰਸਿਸ ਕਿਹੜੇ ਕਾਲਜਿਸ ਦੇ ਵਿੱਚ ਨੇ, ਕਿਹੜੀ ਕੰਟਰੀਜ਼ ਕਿਸ ਕੋਰਸਿਸ ਲਈ ਫੇਮਸ ਨੇ, ਤਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰ ਪਾਵਾਂਗੇ। ਤੇ ਸਾਨੂੰ ਜੇ ਖੁਦ ਹੀ ਨਹੀਂ ਪਤਾ ਹੋਏਗਾ ਤਾਂ ਅਸੀਂ ਸਟੂਡੈਂਟ ਨੂੰ ਕਿਵੇਂ ਗਾਈਡ ਕਰਾਂਗੇ। ਤੋਂ ਇਹ ਜਿਹੜੀ 2-4 ਮਿੰਟ ਬੋਲਣ ਦਾ ਮਕਸਦ ਇਹੀ ਸੀ ਕਿ ਤੁਸੀਂ ਆਪਣਾ ਹੀ ਇੰਪਲੋਇਮੈਂਟ ਵੀ ਤਿਆਰ ਕਰ ਸਕਦੇ ਹੋ, ਸਾਡੇ ਨਾਲ ਕੰਮ ਕਰ ਸਕਦੇ। ਜੋ ਸਾਨੂੰ ਨੌਲੇਜ ਹੈ ਤੁਹਾਨੂੰ ਅਸੀਂ ਉਹ ਨੌਲੇਜ ਟ੍ਰਾਂਸਫਰ ਕਰਕੇ ਜੋ ਅਸੀਂ ਅਰਨਿੰਗ ਕਰ ਰਹੇ ਹਾਂ ਤੁਸੀਂ ਵੀ ਉਨੀ ਅਰਨਿੰਗ ਕਰ ਸਕਦੇ ਹੋ। ਸੋ ਪਹਿਲਾਂ ਤਾਂ ਇਹ ਹੈ ਕਿ ਤੁਸੀਂ YouTube ਤੇ ਵੀਡੀਓ ਦੇਖ ਲਿਓ। 80 ਵੀਡੀਓਜ਼ ਨੇ ਜਿਹਦੇ ਵਿੱਚ ਅਸੀਂ ਆਲਮੋਸਟ ਸਾਰੀ ਕੰਟਰੀਜ਼ ਦੀ ਵੀਡੀਓਜ਼ ਅਪਲੋਡ ਕੀਤੀਆਂ ਨੇ। ਉਹ ਦੇਖਣ ਤੋਂ ਬਾਅਦ ਤੁਸੀਂ ਮੇਰੇ ਖਿਆਲ ਦੇ ਵਿੱਚ 50% ਤੱਕ ਕੰਸਲਟੈਂਟ ਤੁਸੀਂ ਵੀਡੀਓ ਦੇਖ ਕੇ ਬਣ ਜਾਓਗੇ। ਹੁਣ ਆਪਾਂ ਲਾਈਵ ਹੁੰਨੇ ਆ, ਇਹਦੇ ਵਿੱਚ ਤੁਹਾਨੂੰ ਅੱਜ ਮੈਂ ਜਿਵੇਂ ਇਟਲੀ ਬਾਰੇ ਗੱਲ ਕਰਨੀ ਹੈ ਤਾਂ ਉਹ ਵੀ ਵੀਡੀਓ ਅਪਲੋਡ ਹੋ ਜਾਏਗੀ। ਔਰ ਅਸੀਂ ਦੇਖ ਲਓ ਕਿ 4 ਦਸੰਬਰ ਤੋਂ ਲੈ ਕੇ ਹੁਣ ਤੱਕ ਅਸੀਂ ਸਾਰੇ ਹੀ ਕੰਟਰੀਜ਼ ਨੂੰ ਕਵਰ ਕੀਤਾ। ਜਿਵੇਂ ਪਹਿਲਾਂ ਮੈਂ ਸ਼ੁਰੂ ਕੀਤਾ ਸੀ ਕੈਨੇਡਾ ਦਾ, ਅਸੀਂ ਸਟੱਡੀ ਵੀਜ਼ਾ ਕੀਤਾ, ਫਿਰ ਵਿਜ਼ਟਰ ਵੀਜ਼ਾ ਕੀਤਾ। ਫਿਰ ਅਸੀਂ ਆਸਟ੍ਰੇਲੀਆ ਤੇ ਆਏ, ਉਹਦਾ ਵੀ ਅਸੀਂ ਸਟੱਡੀ ਵੀਜ਼ਾ ਵਿਜ਼ਟਰ ਵੀਜ਼ਾ ਕੀਤਾ। ਫਿਰ ਨਿਊਜ਼ੀਲੈਂਡ ਦਾ ਸਟੱਡੀ ਵੀਜ਼ਾ ਵਿਜ਼ਟਰ ਵੀਜ਼ਾ, ਅਤੇ US ਦਾ, UK ਦਾ, ਸਿੰਗਾਪੁਰ ਦਾ, ਸਾਈਪਰਸ ਦਾ, ਹੁਣ ਇਟਲੀ ਕਰ ਰਹੇ ਹਾਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੇ ਸਾਰੇ ਸੈਸ਼ਨ ਨੇ ਇਹ ਸਾਰੇ ਪੰਜਾਬੀ 'ਚ ਨੇ। ਔਰ ਨੈਕਸਟ ਜਿਹੜਾ ਆਪਾਂ 2 ਅਪ੍ਰੈਲ ਨੂੰ ਸੈਸ਼ਨ ਰੱਖਾਂਗੇ ਉਹ ਅਸੀਂ ਹਿੰਦੀ 'ਚ ਕਰਾਂਗੇ, ਕਿਉਂਕਿ ਮੈਕਸਿਮਮ ਮੈਨੂੰ ਸਟੂਡੈਂਟ ਜਾਂ ਮੇਰੇ ਵਿਊਅਰਸ ਕਹਿੰਦੇ ਨੇ ਕਿ ਤੁਸੀਂ ਕੁਝ ਸੈਸ਼ਨ ਜਿਹੜੇ ਨੇ ਉਹ ਹਿੰਦੀ 'ਚ ਵੀ ਕਰੋ। ਸੋ ਜੇ ਨੈਕਸਟ ਸੈਸ਼ਨ ਅਸੀਂ ਸਟਾਰਟ ਕਰਾਂਗੇ ਉਹ ਹਿੰਦੀ ਵਿੱਚ ਹੋਣਗੇ, ਤਾਂ ਕਿ ਜਿਹੜੇ ਨਾਰਥ ਇੰਡੀਆ 'ਚ ਜਾਂ ਈਵਨ ਸਾਊਥ ਇੰਡੀਆ ਦੇ ਵੀ ਜਿਹੜੇ ਮੇਰੇ ਨਾਲ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਵੀ ਇਹ ਜਿਹੜੀ ਲੈਂਗੁਏਜ ਹੈ ਇਹ ਕਲੀਅਰ ਹੋ ਜਾਵੇ। ਸੋ ਸਮਾਂ ਨੂੰ ਆਪਾਂ ਨਜ਼ਾਕਤ ਨੂੰ ਦੇਖਦੇ ਹੋਏ ਆਪਾਂ ਇਟਲੀ ਦਾ ਸਟੱਡੀ ਵੀਜ਼ਾ ਸ਼ੁਰੂ ਕਰਦੇ ਹਾਂ। ਸੋ ਇਟਲੀ ਜਿਹੜਾ ਹੈ ਇੱਕ ਇਹ ਸ਼ੈਂਗਨ ਦਾ ਪਾਰਟ ਹੈ, ਸ਼ੈਂਗਨ ਕੰਟਰੀਜ਼ ਦਾ ਪਾਰਟ ਹੈ। 26 ਕੰਟਰੀਜ਼ ਨੇ। ਜੇ ਤੁਹਾਨੂੰ ਇਟਲੀ ਦਾ ਵੀਜ਼ਾ ਮਿਲਦਾ ਹੈ ਤਾਂ ਤੁਸੀਂ 26 ਕੰਟਰੀਜ਼ ਵਿਦਆਊਟ ਵੀਜ਼ਾ ਟਰੈਵਲ ਕਰ ਸਕਦੇ ਹੋ, ਚਾਹੇ ਬਾਈ 에ਅਰ ਟਰੈਵਲ ਕਰ ਲਓ, ਬਾਈ ਰੋਡ ਟਰੈਵਲ ਕਰ ਲਓ, ਬਾਈ ਟ੍ਰੇਨ ਟਰੈਵਲ ਕਰ ਲਓ, ਇਹ ਤੁਹਾਡੀ ਮਰਜ਼ੀ ਹੈ। ਔਰ ਇਟਲੀ ਦਾ ਜਿਹੜਾ ਪਾਸਪੋਰਟ ਹੈ ਇਹ 4th ਰੈਂਕ ਹੈ ਨਾ ਪੂਰੇ ਵਰਲਡ ਦੇ ਵਿੱਚ, ਕੈਨ ਯੂ ਇਮੇਜਿਨ। ਔਰ 180 ਕੰਟਰੀਜ਼ ਦੇ ਵਿੱਚ ਇਹ ਔਨ ਅਰਾਈਵਲ ਵੀਜ਼ਾ ਮਿਲਦਾ। ਜੇ ਤੁਹਾਡੇ ਕੋਲ ਸਿਟੀਜ਼ਨ ਜਾਂ ਤੁਹਾਡੇ ਕੋਲ ਰੈਜ਼ੀਡੈਂਸੀ ਹੈ ਇਟਲੀ ਦੀ ਤੇ ਤੁਸੀਂ 180 ਕੰਟਰੀਜ਼ ਦੇ ਵਿੱਚ ਔਨ ਅਰਾਈਵਲ ਵੀਜ਼ਾ ਲੈ ਸਕਦੇ। ਬਹੁਤ ਵਧੀਆ ਗੱਲ ਹੈ। ਸੋ ਇਟਲੀ ਨੂੰ ਚੂਜ਼ ਕਰਨ ਦਾ ਮਕਸਦ ਇਹੀ ਸੀ, ਫੀਸਾਂ ਘੱਟ ਨੇ, ਸਕਾਲਰਸ਼ਿਪ ਮਿਲਣੀ ਹੈ, ਤਾਂ ਕਿਉਂ ਨਾ ਅੱਜ ਇਹਨੂੰ ਡਿਸਕਸ ਕੀਤਾ ਜਾਵੇ। ਸੋ ਅਗਲੇ 10-15 ਮਿੰਟ ਦੇ ਵਿੱਚ ਕੋਸ਼ਿਸ਼ ਇਹ ਹੋਏਗੀ ਕਿ ਇਟਲੀ ਬਾਰੇ ਆਪਾਂ ਗੱਲ ਕਰੀਏ। ਔਰ ਜਿਹੜੇ ਤੁਹਾਡੀ ਕੁਐਰੀਜ਼ ਹੋਣਗੇ ਤੁਸੀਂ ਮੈਨੂੰ ਫੋਨ ਤੇ ਵੀ ਪੁੱਛ ਸਕਦੇ ਹੋ। ਨੰਬਰ ਫਲੈਸ਼ ਹੋ ਰਿਹਾ 9815873700 ਔਰ ਤੁਸੀਂ ਮੈਨੂੰ ਕਦੀ ਵੀ ਡਾਇਰੈਕਟ ਮੈਨੂੰ ਫੋਨ ਕਰਕੇ ਵੀ ਪੁੱਛ ਸਕਦੇ ਹੋ। ਸੋ ਇਟਲੀ ਜਿਹੜਾ ਹੈ ਇਹ ਤਕਰੀਬਨ 3 ਲੱਖ ਸਕੁਅਰ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ। ਔਰ ਇਹਦੀ ਜਿਹੜੀ ਪਾਪੂਲੇਸ਼ਨ ਦੀ ਗੱਲ ਕਰੀਏ ਤਾਂ 6 ਕਰੋੜ ਦੇ ਕਰੀਬ 6 ਕਰੋੜ ਦੇ ਕਰੀਬ ਇਹਦੀ ਪਾਪੂਲੇਸ਼ਨ ਹੈ। ਔਰ ਜਿਹੜੀ ਰੋਮ ਹੈ ਇਹ ਇਹਦੀ ਕੈਪੀਟਲ ਹੈ। ਤੁਸੀਂ ਮੰਨ ਕੇ ਚਲੋ ਕਿ ਜਿਹੜਾ ਅੱਜ ਯੂਰੋ 86 ਯੂਰੋ ਚੱਲ ਰਿਹਾ ਹੈ, तो ये INR जो आप इंडियन करेंसी का देखिए तो 86 रुपीज़ का 1 यूरो है, कैन यू इमेजिन। और टैंपरेचर डिफरेंस की गल करा तो बहुत वधिया टैंपरेचर है, मतलब ज़्यादा ठंड नहीं पैंदी ज़्यादा गर्मी नहीं होती। ऑन एन एवरेज अप्रोक्सीमेटली 20-22 डिग्री टैंपरेचर जो है वो हाईएस्ट रेंज जाता है और बहुत ही जो वधिया इन्वायरमेंट थानू उत्थे मिल जाता है। इटैलियन लैंग्वेज है, थानू पता होएगी। सब तो वधिया गल है कि जो साडे कोल स्टूडेंट आता है, जे मान लो किसी ने +2 की है, उम्र 20 साल या उस तो घट है, तो वो UG के कोर्स अंडर ग्रेजुएट के कोर्स लै सकता है। तो जिन्हें PG के कोर्स लैने उसकी उम्र 26 साल तो उपर ना हो, मतलब जिवें 21-22 साल UG कोर्स हो गया और अगों PG के कोर्स करने या मास्टर्स करने ने तो उम्र 26-27 साल तो उपर ना हो। पर 21 साल तो लैके जी 26 साल के जी गैप है 5-7 साल का, वो जस्टिफाइड होना चाहिए। तो तुसी UG और PG का कोर्स लै सकते हो। कोर्सिस की कोई भी उत्थे शॉर्टेज नहीं है। तुहाडे कोल आर्ट्स के नाल रिलेटेड कोर्स मिल जाते हैं, जिहदे विच हॉस्पिटैलिटी के कोर्स हो गए, टूरिज्म के हो गए, और देखो होटल मैनेजमेंट तो है ही है, इंटरनेशनल बिजनेस जिहड़ा मैनेजमेंट है, ग्लोबल बिजनेस मैनेजमेंट है, ये कोर्सिस आम आर्ट्स वाले मिल जाते हैं। और जे मैं कॉमर्स की गल करा तो HR है, मार्केटिंग है, फिनांस के कोर्सिस मिल जाते हैं,
ਇਹਦੇ ਨਾਲ ਤੁਸੀਂ ਮੈਨੇਜਮੈਂਟ ਦੇ ਕੋਰਸਿਸ ਵੀ ਨਾਲ ਲੈ ਸਕਦੇ ਹੋ, ਈ ਸਪਲਾਈ ਚੇਨ ਮੈਨੇਜਮੈਂਟ ਦੇ ਕੋਰਸ ਲੈ ਸਕਦੇ ਹੋ, ਐਂਟਰਪ੍ਰੀਨਰ ਦੇ ਕੋਰਸ ਲੈ ਸਕਦੇ ਹੋ। ਸਾਇੰਸ ਦੇ ਵਿੱਚ ਵੀ ਡਾਟਾ ਸਾਇੰਸ ਹੈ ਜਾਂ ਇੰਜੀਨੀਅਰਿੰਗ ਹੈ, तो ये भी जो कोर्सिज ने तुसी लै सकते हो। आर्टिफिशियल इंटैलीजेंस मैं आम तौर पर गल करदा कि बहुत इंपॉर्टेंट ये प्रोग्राम स्ट्रीम च आंदा कि जिहदे विच तुहानूं जॉब के चांसिस बहुत ज़्यादा मिल जाते हैं। उस तो बाद प्रोजैक्ट मैनेजमेंट है। जे मैं गल करा बायोलॉजी की, जिहड़ा कोई बायोलॉजी है, मैडिकल है, वो तुहाडे हैल्थ और नर्सिंग के रिलेटेड जिहड़े कोर्सिज ने वो लै सकते हैं। एंड काइंसियोलॉजी के कोर्सिज ने, जेरेंटोलॉजी के कोर्सिज ने और लैबोरेटरी टेक्नीशियन के कोर्सिज ने, कई ऐसे कोर्सिज ने साढ़े को अप्रॉक्सीमेटली यू कैंट इमेजिन कि 1000 प्लस प्रोग्राम्स की कोर्स की लिस्ट है साढ़े को जाने और अपना इंटरस्ट तुहानूं दसदे हो कि तुसी किस कोर्स जाना चाहते हो और जे रेलेवेंसी बनती हुई तो असीं तुहानूं वो कोर्स लैके देंगे। और सब तो वधिया खूबसूरत गल ये है लाइव होने की कि इहदे विच 5200 यूरो तुहानूं स्कॉलरशिप मिलनी है। सो 5200 यूरो तुसीं मन के तोरो कि मैं इहनूं जे 86 नाल मल्टीप्लाई करा तो 4.5 लाख के करीब स्कॉलरशिप है। वो भी हर साल तुहाडे सिर्फ 50% मार्क्स होने जो तुसीं फर्स्ट ईयर पढ़ लैंदे हो तो तुहाडे 50% मार्क्स होने तो तुहानूं हर साल जे तुसीं देखो 3 साल की उत्थे बैचलर है, 2 साल की मास्टर्स है। एक बार तुसीं मान लो बैचलर चले गए तो तुहानूं 3 साल लगातार तुहानूं स्कॉलरशिप मिलनी है। तो कैन यू इमेजिन कि 3.5 लाख गुणा 3 13.5 लाख रुपया तुहानूं स्कॉलरशिप मिलती है 3 साल की। तो जे तुसीं मास्टर जा रहे हो तो 4.5 ਨੂੰ ਜੇ ਆਪਾਂ 2 ਨਾਲ ਗੁਣਾ ਕਰ ਲਈ ਤਾਂ 9 ਲੱਖ ਰੁਪਈਆ ਜਿਹੜਾ ਹੈ ਇਹ ਤੁਹਾਨੂੰ ਸਕਾਲਰਸ਼ਿਪ ਦਾ ਹੈ। ਇਹ ਬਹੁਤ ਵਧੀਆ ਗੱਲ ਹੈ। ਇਟਲੀ ਦੀ ਸਪਿਆਜ਼ਾ, ਪੀਸਾ, ਬਲੋਗਨਾ ਔਰ ਜਨੋਵਾ ਯੂਨੀਵਰਸਿਟੀਜ਼ ਨਾਲ ਅਸੀਂ ਕੰਮ ਕਰ ਰਹੇ ਹਾਂ ਡਾਇਰੈਕਟਲੀ। ਸੋ ਤੁਹਾਨੂੰ ਸਭ ਤੋਂ ਵਧੀਆ ਬੈਨੀਫਿਟ ਹੋ ਜਾਂਦਾ ਹੈ ਕਿ ਫੀਸ ਕਿੰਨੀ ਹੈ ਇਮੇਜਿਨ ਨਹੀਂ ਕਰ ਸਕਦੇ ਕਿ 1000 ਯੂਰੋ 86000 ਰੁਪਈਆ ਫੀਸ। ਪੂਰੇ ਵਰਡ ਦੱਸੋ ਕਿ ਵੀ ਇੰਨੀ ਫੀਸ ਹੋਵੇ ਕਿਸੇ ਪਾਸੇ। ਜਿੰਨੀਆਂ ਵੀ ਇਟਲੀ ਨੂੰ ਚੂਜ਼ ਕਰਨ ਦਾ ਮਕਸਦ ਇਹੀ ਸੀ। ਸਾਨੂੰ ਕੀ ਕਹਿੰਦੇ ਸਰ ਜਰਮਨੀ ਭੇਜ ਦਿਓ, डेनमार्क भेज दिओ, स्विट्जरलैंड भेज दिओ। नॉलेज है बट फीसा बहुत ज़्यादा ने। हुण डेनमार्क की गल करिए 7 लाख तो स्टार्टिंग फीस उन्होंने, फिर तुहानूं शो मनी करनी पैंदी बहुत जबरदस्त। वो भी तुहाडी जेन्युइन होनी चाहिए, अपने कोल दी तुहाडे पेरेंट्स होनी चाहिए है। तो कुछ कंट्री जिहड़ियां ने बहुत स्ट्रिक्ट ने। स्विट्जरलैंड बहुत महंगा देश है। सो कहने का मकसद ये है कि इटली दे विच तुहानूं ये बेनीफिट हो जाएगा, एक तो तुहानूं 5200 यूरो स्कॉलरशिप मिल गई और 1000 यूरो जिहड़ी फी है वो भी तुसी उत्थे जाके देनी है। देखो ये भी कितनी खूबसूरती है कि इत्थे जमा कराने की लोड़ ही नहीं है। 1000 यूरो। अच्छा एक होर खूबसूरती है कि वो भी तुसी इंस्टॉलमेंट दे सकते हो, मतलब हाफ करके भी 500 यूरो पहले देती, फिर 6 महीने बाद फिर 500 यूरो देती। तो इन्नी फ्लैक्सीबिलिटी है। तो क्यों ना आप इटली जाइए। हाँ जे सपोज तुसी किसी जिवें माल्टा है या होर कंट्रीज ने, स्पेन है, पोर्तुगल है, इन्हां दी फीस जी स्ट्रक्चर है अप्रॉक्सीमेटली 3, 3.5, 4 लाख तो घट फीस नहीं है और फिर तुहानूं शो मनी करनी पैंदी है। इत्थे बेनीफिट ये है कि 5200 यूरो तुहानूं एक स्कॉलरशिप मिल गई। 1000 यूरो का एक फी स्ट्रक्चर है, बहुत नॉमिनल फी है। मेरे ख्याल दे विच इंडिया दे विच भी जिहड़ी फी स्ट्रक्चर है वो इहदे नालों ज़्यादा होएगी कि आम तौर पर जे किसी ने ग्रेजुएशन भी करनी होवे ਉਹਦੇ भी अप्रॉक्सीमेटली ਲੱਖ रुपया लग जाता। सो 86000 रुपये ਦੇ ਵਿੱਚ 86000 वर्ड चलो खैर मैं नहीं बोलना चाहता, 1000 यूरो वर्ड ही बोलांगे। तो तुसी 500 यूरो जाती वारी और उस तो बाद 6 महीने बाद तुसी 500 यूरो अपना फी जी है सबमिट कर सकते हो। अच्छा हुण इस तो बाद आ गया कि डॉक्यूमेंटेशन की लगती है और इनटेक किवें होंदे ने। हुण इहदे विच एक सब तो वड्डी प्रॉब्लम यह है कि इनटेक सिर्फ साल 'च एक वारी होना, अक्टूबर इनटेक। हुण जिवें अक्टूबर 2021 का इनटेक जिहड़ा है वो होएगा, उस तो बाद फिर अक्टूबर 2022 का इनटेक होएगा क्योंकि स्टूडेंट बहुत ज़्यादा क्वांटिटी दे विच जांदे ने इटली दे विच, जिहड़ी मैं यूनिवर्सिटीज़ बोलियां ने और बहुत रश लग्या होंदा है। इसलिए कोशिश ये करो कि अपने दिसंबर, जनवरी, फरवरी तक अपने जिहड़े कोर्सिस अप्लाई कर लो ताकि 4-5 महीने दे विच तुहाडा जिहड़ा वीज़ा है जुलाई अगस्त तक वीज़ा जो तुसीं अक्टूबर अप्लाई करो। हुण इहदे विच सानूं स्कॉलरशिप दे फॉर्म भरने पैंदे ने, जिहड़ी फैमिली कंपोजिशन की रिपोर्ट तुहाडे नाल लगानी पैंदी है। इह 'च एक DO भी हुंदा जिहਨੂੰ डेकोरेशन वैल्यू कहंदे ने। जिवें कैनेडा दे विच CA की हुंदा है, जिवें आपां कहने कि सानूं सर्टिफिकेट अप्रूवल मिल गया कि भी असीं क्यूबी ਦੇ ਵਿੱਚ ਜਾਣ ਜੋਗੇ ਹੋ ਗਏ, ਸਾਨੂੰ ਐਲੀਜੀਬਿਲਟੀ ਮਿਲ ਗਈ, ਬਟ ਉਹ ਗਰੰਟਿਡ ਇਹ ਨਹੀਂ ਹੈ ਕਿ ਵੀਜ਼ਾ ਮਿਲ ਗਿਆ। ਇੱਦੀ ਇੱਥੇ DO ਵੀ ਹੁੰਦੀ ਹੈ, ਇਹਨੂੰ ਕਹਿੰਦੇ ਡੈਕਲੇਰੇਸ਼ਨ ਵੈਲਿਊ। ਮਤਲਬ ਤੁਸੀਂ ਐਲੀਜੀਬਿਲਟੀ ਹੋ ਗਈ ਇਟਲੀ ਜਾਣ ਦੇ ਲਈ। ਹੁਣ DO ਦੇ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ DO ਵੀ ਮਿਲ ਗਈ, ਤੁਹਾਨੂੰ ਵੀਜ਼ਾ ਮਿਲ ਗਿਆ। ਸੋ ਉਹ ਅਪਲਾਈ ਕਰਨੀ ਪੈਂਦੀ ਹੈ। ਇਹਦੇ ਸਾਰੇ ਜਿਹੜੇ ਡਾਕੂਮੈਂਟਸ ਨੇ ਇਹ ਜਿਹੜੇ ਟੈਸਟਡ ਜਾਂ ਨੋਟਰਾਈਜ਼ ਕਰਨੇ ਪੈਂਦੇ ਨੇ, ਇਹ ਸਾਰੇ ਹੀ ਇਟਾਲੀਅਨ ਲੈਂਗੁਏਜ ਦੇ ਵਿੱਚ ਹੈ। ਸੋ ਔਖਾ ਕੰਮ ਹੈ ਸਾਡੇ ਲਈ, ਥੋੜਾ ਜਿਹਾ ਪ੍ਰੋਸੈਸਿੰਗ ਬਹੁਤ ਡਿਫਿਕਲਟ ਹੋ ਜਾਂਦੀ ਹੈ। ਇਸ ਲਈ ਅਸੀਂ ਸਭ ਨੂੰ ਇਹੀ ਕਹਿੰਦੇ ਹਾਂ ਕਿ ਥੋੜਾ ਜਲਦੀ ਆਓ क्योंकि ये सब तो वड्डी गल है कि तुहानूं चलो तुसीं अकैडमिक सानूं स्कैन करके देते,
ਪ੍ਰੋਬਲਮ ਇਹ ਆਉਂਦੀ ਕਿ HRD ਕਰਾਣੀ ਨਾਲ, HRD ਦੇ ਨਾਲ ਫਿਰ ਤੁਸੀਂ ਅਪੋਸਟਲ ਕਰਾਣੀ ਹੈ। ਹੁਣ ਦਿੱਲੀ ਤੋਂ ਹੋਣੀ ਹੈ, ਪਟਿਆਲਾ ਉਸ ਤੋਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ, ਉਹ ਵੀ ਸਮਾਂ ਲੱਗ ਜਾਂਦਾ। ਅੱਛਾ, ਇਹਦੀ ਕੋਰੀਅਰ ਹੋਣੇ ਆ 3 ਵਾਰੀ, ਇਟਲੀ ਦੇ ਵਿੱਚ ਜਿਹੜੀ ਕੋਰਸਪੋਂਡੈਂਸ ਹੁੰਦੀ ਹੈ 3 ਵਾਰੀ ਕੋਰੀਅਰ ਹੁੰਦੇ ਨੇ। ਸੋ ਟਾਈਮਿੰਗ ਵੀ ਜ਼ਿਆਦਾ ਲੱਗਦੇ ਨੇ, ਪੈਸਾ ਵੀ ਲੱਗਦਾ। ਫਿਰ ਹੈਲਥ ਇੰਸ਼ੋਰੈਂਸ ਹੈ, ਤੁਹਾਡੀ ਮੈਡੀਕਲ ਇੰਸ਼ੋਰੈਂਸ ਹੈ, ਟਰੈਵਲ ਇੰਸ਼ੋਰੈਂਸ ਹੈ, ਇਹ ਨਾਲ ਲੈਣੀ ਪੈਂਦੀ ਹੈ। ਡਾਕੂਮੈਂਟ ਬਹੁਤ ਸਿੰਪਲ ਹੈ, ਕੋਈ ਡਾਕੂਮੈਂਟ ਜ਼ਿਆਦਾ ਲਗਾਉਣ ਦੀ ਲੋੜ ਨਹੀਂ ਪੈਂਦੀ। ਸਭ ਤੋਂ ਪਹਿਲਾਂ ਤੁਹਾਡਾ ਅਕੈਡਮਿਕਸ ਹੋ ਗਏ, 50% ਮਾਰਕਸ ਅਕੈਡਮਿਕਸ ਹੋ ਗਏ। ਫਿਰ ਤੁਹਾਨੂੰ IELTS ਲਾਉਣ ਦੀ ਲੋੜ ਨਹੀਂ ਹੈ। ਆਪਣਾ ਮੀਡੀਅਮ ਆਫ ਇੰਸਟਰਕਸ਼ਨ, ਜੇ ਤੁਸੀਂ +2 ਇੰਗਲਿਸ਼ ਮੀਡੀਅਮ 'ਚ ਪੜ੍ਹੇ ਹੋਏ ਹੋ, ਹੁਣ ਜਿਹੜੇ CBSE ਬੋਰਡ ਹੈ ਉਹ ਤਾਂ ਖੈਰ ਪੜ੍ਹੇ ਹੀ +2 ਇੰਗਲਿਸ਼ ਮੀਡੀਅਮ 'ਚ ਹੁੰਦੇ ਨੇ। ਜਿਹੜੇ ਸਟੇਟ ਬੋਰਡ ਵੀ ਨੇ ਉਹ ਜੇ ਲਿਖਵਾ ਕੇ ਸਾਨੂੰ ਦੇ ਦੇਣ ਕਿ ਅਸੀਂ ਇਸ ਸਟੇਟ ਬੋਰਡ ਤੋਂ ਜਿਹੜੀ +2 ਕੀਤੀ ਹੈ, ਚਾਹੇ ਉਹਨਾਂ ਨੇ ਸੋਸ਼ੀਓਲੋਜੀ ਪੜ੍ਹੇ ਨੇ, ਚਾਹੇ ਉਹਨਾਂ ਨੇ ਪਬਲਿਕ ਐਡਮਿਨਿਸਟ੍ਰੇਸ਼ਨ ਪੜ੍ਹੇ ਨੇ, ਇਕਨੋਮਿਕਸ ਪੜ੍ਹੇ ਨੇ, ਪੋਲ ਸਾਇੰਸ ਪੜ੍ਹੇ ਨੇ, ਉਹਨਾਂ ਨੇ ਉਹ ਜਿਹੜੇ ਪੇਪਰ ਦਿੱਤੇ ਨੇ ਉਹ ਦਿੱਤੇ ਇੰਗਲਿਸ਼ ਦੇ ਵਿੱਚ। ਉਹਨੂੰ ਕਹਿੰਦੇ ਮੀਡੀਅਮ ਆਫ ਇੰਸਟਰਕਸ਼ਨ, MOI। ਜੇ ਉਹ ਇੰਗਲਿਸ਼ ਲਿਖਾਉਂਦੇ ਨੇ ਬੋਰਡ ਤੋਂ ਤਾਂ ਉਹਨਾਂ ਨੂੰ IELTS ਕਰਨ ਦੀ ਲੋੜ ਨਹੀਂ ਹੈ। ਇਹਦੇ ਵਿੱਚ ਇੱਕ CV ਲੱਗਦਾ, ਜਿਹਨੂੰ ਕੈਰੀਕੂਲਮ ਵਾਈਟੇ ਕਹਿੰਦੇ ਨੇ, ਜਿਹਨੂੰ ਆਪਾਂ ਰਿਜ਼ਿਊਮ ਕਰਨੇ ਆਪਾਂ, ਜਿਵੇਂ ਜੌਬ ਦੇਣ ਦੇ ਲਈ ਆਪਾਂ ਨੂੰ ਹੁੰਦਾ, ਉਹ ਨਾਲ ਲਗਾਉਣੀ ਪੈਂਦੀ ਹੈ। SOP ਨਾਲ ਲਗਾਉਣੀ ਪੈਂਦੀ ਹੈ। SOP ਦਾ ਮਤਲਬ ਹੁੰਦਾ ਸਟੇਟਮੈਂਟ ਆਫ ਪਰਪਸ। ਇਹਨੂੰ ਆਪਾਂ ਲੈਟਰ ਆਫ ਕਵਰਿੰਗ ਵੀ ਕਹਿ ਦਿੰਦੇ ਹਾਂ ਕਿ ਤੁਸੀਂ ਇਟਲੀ ਕਿਉਂ ਜਾਣਾ ਚਾਹੁੰਦੇ ਹੋ, ਤੁਸੀਂ ਇੰਡੀਆ 'ਚ ਕਿਉਂ ਨਹੀਂ ਪੜ੍ਹਨਾ ਚਾਹੁੰਦੇ, ਤੁਹਾਡੇ ਕੋਲ ਕਿੰਨੇ ਪੈਸੇ ਹੈ, ਔਰ ਤੁਸੀਂ ਉੱਥੇ ਜਾ ਕੇ ਕਿਹੜੀ ਸਟੱਡੀ ਕਰੋਗੇ, ਕਿਹੜਾ ਯੂਨੀਵਰਸਿਟੀ ਚੂਜ਼ ਕਰੋਗੇ, ਤੁਹਾਡੀ ਕੀ ਪਲੈਨਿੰਗਾਂ ਨੇ, ਉਹ SOP 'ਚ ਲਿਖਣੀ ਪੈਂਦੀਆਂ ਨੇ। ਇਹਦੇ ਨਾਲ ਤੁਹਾਨੂੰ ਐਸੈਟ ਐਂਡ ਲਾਇਬਿਲਿਟੀ ਦੇ ਤੁਹਾਨੂੰ ਸਰਟੀਫਿਕੇਟ ਨਾਲ ਲਾਣੇ ਪੈਂਦੇ ਨੇ। ਸੋ ਥੋੜਾ ਜਿਹਾ ਪ੍ਰੋਸੈਸ ਲੈਂਥੀ ਹੈ, ਡਿਫੀਕਲਟ ਤਾਂ ਖੈਰ ਨਹੀਂ ਕਹਾਂਗਾ, ਕਿਉਂਕਿ ਮਾਈ ਵੀਜ਼ਾ ਤੁਹਾਡੀ ਪੂਰੀ ਹੈਲਪ ਕਰਦਾ ਹੈ। ਡਾਕੂਮੈਂਟੇਸ਼ਨਸ ਜਿਹੜੀ ਅਪਲੋਡ ਕਰਨ ਦੇ ਵਿੱਚ ਜਿਹੜੀ ਸੀ ਐਮਬੈਸੀ ਵਿੱਚ ਦੇਣੇ ਹੁੰਦੇ ਨੇ। ਔਰ ਇਹ ਧਿਆਨ ਰੱਖਿਓ ਕਿ ਮਾਈ ਵੀਜ਼ਾ ਕਿਸੇ ਵੀ ਕਿਸਮ ਦੀ ਡਾਕੂਮੈਂਟੇਸ਼ਨ 'ਚ ਛੇੜਖਾਨੀ ਨਹੀਂ ਕਰਦਾ। ਔਰ ਅਸੀਂ ਬਾਕੀ ਨੂੰ ਵੀ ਇਹੀ ਕਹਿੰਦੇ ਆ, ਜਿਹੜੇ ਮੇਰੇ ਕੰਸਲਟੈਂਟ ਲੌਬੀ ਦੇ ਮੇਰੇ ਫਰੈਂਡਸ ਨੇ, ਕਿ ਜਿਹੜੇ ਡਾਕੂਮੈਂਟਸ ਸਟੂਡੈਂਟਸ ਦੇ ਨੇ, ਜਿਹੜੇ ਤੁਹਾਡੇ ਜਿਨ੍ਹਾਂ ਨੇ ਬਾਹਰ ਜਾਣਾ ਹੈ, ਉਹਨਾਂ ਦੇ ਡਾਕੂਮੈਂਟਸ ਨਾਲ ਬਿਲਕੁਲ ਛੇੜਖਾਨੀ ਨਾ ਕਰੋ। ਕਿਤੇ ਪੁਆਇੰਟ ਤੇ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਕੋਈ ਨਾਲ ਇਹ ਅਟੈਚ ਕਰਕੇ ਜੇ ਵੀਜ਼ਾ ਮਿਲ ਜਾਏਗਾ ਤਾਂ ਮਾਈ ਵੀਜ਼ਾ ਇਸ ਦੇ ਬਹੁਤ ਖਿਲਾਫ ਹੈ। ਅਸੀਂ ਇਹਨੂੰ ਅਗੇਂਸਟ ਆਪਣੇ ਐਥਿਕਸ ਕਹਿੰਦੇ ਆ, ਕਿਉਂਕਿ ਸਾਨੂੰ ਜੋ ਵੀ ਅਸੀਂ ਡਾਕੂਮੈਂਟ ਆਉਂਦੇ ਨੇ ਅਸੀਂ ਐਜ਼ ਇਟ ਇਜ਼ ਅਪਲੋਡ ਕਰ ਦਿੰਦੇ ਨੇ। ਅਸੀਂ ਨਾ ਤੁਹਾਡੇ ਤੋਂ ਕੋਈ ਐਸਾ ਡਾਕੂਮੈਂਟ ਮੰਗਣਾ ਜਿਹੜਾ ਤੁਹਾਡੇ ਕੋਲ ਨਹੀਂ ਹੋ ਸਕਦਾ, ਨਾ ਹੀ ਅਸੀਂ ਕੋਈ ਐਸਾ ਡਾਕੂਮੈਂਟ ਲਗਾਉਣਾ ਜਿਹੜਾ ਅਸੀਂ ਖੁਦ ਤਿਆਰ ਕਰਨਾ। ਤੁਹਾਨੂੰ ਇੱਕ ਇੱਕ ਡਾਕੂਮੈਂਟ ਦੀ ਨੌਲੇਜ ਦੇਵਾਂਗੇ ਕਿ ਵੀ ਆਹ ਡਾਕੂਮੈਂਟ ਇੱਦਾਂ ਅਪਲੋਡ ਹੋਣੇ ਨੇ, ਔਰ ਕਿਸੇ ਕਿਸਮ ਦੀ ਕੋਈ ਕਪਲਾ, ਕੋਈ ਫਰਾਡੂਲੈਂਟ ਐਕਟੀਵਿਟੀਜ਼ ਮਾਈ ਵੀਜ਼ਾ ਬਿਲਕੁਲ ਬਰਦਾਸ਼ਤ ਨਹੀਂ ਕਰਦਾ। ਸੋ ਔਰ ਜਿਹੜੇ ਸਾਡੇ ਨਾਲ ਐਸੋਸੀਏਟਡ ਵੀ ਹੈਗੇ ਨੇ, ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ, ਜਿਹੜੇ ਮੇਰੇ ਕੰਸਲਟੈਂਟ ਲੌਬੀ ਦੇ ਮੇਰੇ ਫਰੈਂਡਸ ਨੇ, ਉਹਨਾਂ ਨੂੰ ਵੀ ਇਹੀ ਹੁੰਦਾ ਕਿ ਜਿਹੜੇ ਡਾਕੂਮੈਂਟੇਸ਼ਨਸ ਨੇ ਉਹਨਾਂ ਨਾਲ ਟੈਂਪਰਿੰਗ ਨਾ ਕਰੋ, ਉਹਨਾਂ ਨਾਲ ਖਿਲਵਾੜ ਨਾ ਕਰੋ ਕਿ ਸਰਟੀਫਿਕੇਟ ਦੇ ਉੱਪਰ ਮਾਰਕਸ ਚੇਂਜ ਕਰਤੇ, ਜਾਂ ਆਇਲਟਸ ਸਰਟੀਫਿਕੇਟ ਨਾਲ ਜਾਲੀ ਲਗਾਤਾ, ਜਾਂ ਐਕਸਪੀਰੀਅੰਸ ਸਰਟੀਫਿਕੇਟ ਜਾਲੀ ਲਗਾਤੇ। ਇਸ ਤਰ੍ਹਾਂ ਦੀ ਜਿਹੜੀ ਪ੍ਰੈਕਟਿਸ ਹੈ ਇਹ ਅਵੋਇਡ ਕਰਨੀ ਚਾਹੀਦੀ ਹੈ। तो जो ਤੁਹਾਡੇ ਡਾਕੂਮੈਂਟ ਨੇ ਉਹ ਅਸੀਂ ਅਪਲੋਡ ਕਰਦੇ ਹਾਂ, ਔਰ ਯੂਨੀਵਰਸਿਟੀ ਵੀ ਇੰਟਰਵਿਊ ਲੈਂਦੀ ਹੈ ਔਰ ਅੰਬੈਸੀ ਨੇ ਵੀ ਇੰਟਰਵਿਊ ਲੈਣੀ ਹੈ। तो एक प्री एनरोलमेंट ਤੁਹਾਡੀ ਹੁੰਦੀ ਹੈ ਜਦੋਂ ਤੁਹਾਡਾ ਡਾਕੂਮੈਂਟ, ਜਿਵੇਂ ਮੈਂ ਬੋਲੇ ਨੇ ਕਿ ਤੁਹਾਡਾ ਪਾਸਪੋਰਟ ਹੋ ਗਿਆ, ਅਕੈਡਮਿਕਸ ਹੋ ਗਏ, LOR ਹੋ ਗਈ। LOR ਮੀਨਸ ਲੈਟਰ ਆਫ ਰਿਕਮੈਂਡੇਸ਼ਨ, ਜਿਹਨੂੰ ਆਪਾਂ ਕਰੈਕਟਰ ਸਰਟੀਫਿਕੇਟ ਕਹਿੰਦੇ ਆ। ਇਹ HOD ਜਿਹੜਾ ਹੈਡ ਡਿਪਾਰਟਮੈਂਟ ਹੈ ਔਰ ਪ੍ਰਿੰਸੀਪਲ, ਇਹ ਜਿਹੜੇ ਦੋ ਤੁਹਾਡੇ ਸਕੂਲ ਦੇ ਜਿਹੜੇ ਤੁਹਾਨੂੰ ਤੁਹਾਡਾ ਐਸੋਸੀਏਟਡ ਹੁੰਦੇ ਨੇ +1 +2 ਦੇ ਵਿੱਚ, ਉਹ ਲਿਖ ਕੇ ਦਿੰਦੇ ਨੇ ਕਿ ਇਸ ਸਟੂਡੈਂਟ ਨਾਲ ਸਾਨੂੰ ਕੋਈ ਦਿੱਕਤ ਨਹੀਂ ਹੈ, 2 ਸਾਲ ਇਹ ਸਟੂਡੈਂਟ ਇਸੇ ਹੀ ਇੰਸਟੀਚਿਊਟ ਪੜ੍ਹਿਆ ਹੈ ਔਰ ਅਸੀਂ ਇਹਨੂੰ LOR ਲੈਟਰ ਆਫ ਰਿਕਮੈਂਡੇਸ਼ਨ ਦੇ ਰਹੇ ਹਾਂ, ਅਸੀਂ ਰਿਕਮੈਂਡ ਕਰਦੇ ਹਾਂ ਕਿ ਇਟਲੀ ਜਾ ਕੇ ਪੜ੍ਹ ਸਕਦਾ ਹੈ। ਸੋ 2 LOR ਹੋ ਗਈਆਂ, SOP ਹੋ ਗਈ, CV ਹੋ ਗਿਆ, MOI ਹੋ ਗਿਆ, ਮੀਡੀਅਮ ਆਫ ਸੈਕਸ਼ਨ। ਇਹ ਸਾਰਾ ਕਰਕੇ ਅਸੀਂ ਭੇਜਦੇ ਹਾਂ ਯੂਨੀਵਰਸਿਟੀ ਨੂੰ। ਯੂਨੀਵਰਸਿਟੀ ਦੀ ਇੰਟਰਵਿਊ ਲੈਂਦੀ ਹੈ। ਇੰਟਰਵਿਊ ਇਹਨੂੰ ਪ੍ਰੀ ਐਨਰੋਲਮੈਂਟ ਕਹਿੰਦੇ ਨੇ। ਇੰਟਰਵਿਊ ਹੋ ਗਈ, ਉਸ ਤੋਂ ਬਾਅਦ ਆ ਗਿਆ ਆਫਰ ਲੈਟਰ। ਆਫਰ ਲੈਟਰ ਮੋਸਟ ਪ੍ਰੋਬਬਲੀ 2 ਮਹੀਨੇ ਲੱਗ ਜਾਂਦੇ ਨੇ। ਤਾਂ ਆਫਰ ਲੈਟਰ ਆ ਗਈ, ਉਸ ਤੋਂ ਬਾਅਦ ਫਿਰ ਜਿਵੇਂ ਤੁਹਾਨੂੰ ਦੱਸਿਆ ਕਿ ਸਕਾਲਰਸ਼ਿਪ ਦੇ ਫਾਰਮ ਤੁਹਾਡੇ ਤਿਆਰ ਕਰਨੇ ਸਾਰੇ, ਔਰ ਉਸ ਤੋਂ ਬਾਅਦ ਤੁਹਾਡੀ ਐਸੈਟ ਲਾਇਬਿਲਿਟੀ ਹੈ ਜਾਂ ਫੈਮਿਲੀ ਕੰਪੋਜੀਸ਼ਨ, ਤੁਹਾਡੀ ਰਿਪੋਰਟ ਤਿਆਰ ਕਰਨੀ ਹੁੰਦੀ ਹੈ, ਔਰ ਤੁਹਾਡੀ ITR ਜਿਹੜੀ ਹੈ, ਇਨਕਮ ਟੈਕਸ ਰਿਟਰਨ ਜਿਹੜੀ ਹੈਗੀ ਤੁਹਾਡੇ ਪੇਰੈਂਟਸ ਦੀ, ਉਹ ਐਟਲੀਸਟ 2 ਸਾਲ ਦੀ ਹੋਵੇ। ਤੁਹਾਡੀ ਬੈਂਕਿੰਗ ਤਕਰੀਬਨ 5-6 ਸਾਲ ਦੀ ਜੈਨੂਨ ਹੋਵੇ, ਉਹ ਨਾਲ ਲੱਗਦੀ ਹੈ। ਉਹ ਸਾਰਾ ਜੋ ਡਾਕੂਮੈਂਟਸ ਨੇ ਅਸੀਂ ਅੰਬੈਸੀ ਨੂੰ ਭੇਜਦੇ ਹਾਂ। ਫਿਰ DO ਵੀ ਸਾਨੂੰ ਮਿਲ ਜਾਂਦੀ ਹੈ, ਡੈਕਲੇਰੇਸ਼ਨ ਵੈਲਿਊ, ਕਿ ਹਾਂ ਵੀ ਸਟੂਡੈਂਟ ਜਿਹੜਾ ਹੈ ਇਹ ਐਲੀਜੀਬਲ ਹੈ ਇਟਲੀ ਜਾਣ ਦੇ ਲਈ। ਫਿਰ ਅਸੀਂ ਤੁਹਾਨੂੰ ਅੰਬੈਸੀ ਵਿੱਚ ਅਪਾਇੰਟਮੈਂਟ ਬੁੱਕ ਕਰਾ ਕੇ ਤੁਹਾਨੂੰ ਅੰਬੈਸੀ ਭੇਜਦੇ ਹਾਂ। ਉੱਥੋਂ ਇੰਟਰਵਿਊ ਹੁੰਦੀ ਹੈ। ਜੋ ਤੁਹਾਨੂੰ ਯੂਨੀਵਰਸਿਟੀ ਨੇ ਪੁੱਛਿਆ ਹੁੰਦਾ ਹੈ ਉਹ ਤੁਹਾਨੂੰ ਅੰਬੈਸੀ ਪੁੱਛਦੀ ਹੈ ਕਿ ਤੁਸੀਂ ਕਿਹੜੇ ਕੋਰਸ ਜਾ ਰਹੇ ਹੋ, ਔਰ ਤੁਸੀਂ ਇਹਦਾ ਫਾਈਨਾਂਸ ਕੌਣ ਤੁਹਾਡਾ ਸਪਾਂਸਰ ਕਰੇਗਾ, ਉਹ ਸਾਰੀ ਗੱਲਾਂ ਹੁੰਦੀਆਂ ਨੇ। ਉਹ ਕਰਨ ਤੋਂ ਬਾਅਦ ਜੇ ਵੀਜ਼ਾ ਆਫਿਸਰ ਤੁਹਾਡਾ ਤੁਹਾਡੇ ਤੋਂ ਕਨਵਿੰਸ ਹੁੰਦਾ ਤਾਂ ਤੁਹਾਨੂੰ ਵੀਜ਼ਾ ਮਿਲ ਜਾਂਦਾ। ਅਪਰੋਕਸੀਮੇਟਲੀ ਮੰਨ ਕੇ ਚਲੋ ਕਿ 15 ਦਿਨ ਦੇ ਵੀ ਤੁਹਾਨੂੰ ਜਿਹੜਾ ਵੀਜ਼ਾ ਹੈ ਡ੍ਰੌਪ ਬਾਕਸ ਨਾਲ ਪਾ ਕੇ ਜਾਂਦੇ, ਔਰ ਤੁਹਾਨੂੰ ਘਰੇ ਵੀਜ਼ਾ ਉਹਦੀ ਪਾਸਪੋਰਟ ਦੀ ਜਿਹੜੀ ਪਾਸਪੋਰਟ ਤੁਹਾਨੂੰ ਘਰੇ ਕੋਰੀਅਰ ਆ ਜਾਂਦਾ ਹੈ। ਸੋ ਕਹਿਣ ਦਾ ਮਕਸਦ ਇਹ ਹੈ ਕਿ
प्रोसैस चाहे लेंथी है पर डिफिकल्ट नहीं है। ਤੁਹਾਡਾ 90% ਭਾਰ ਸੀ ਸਹਿ ਲੈਣੇ ਆ। ਜੋ ਵੀ ਦਿੱਕਤਾਂ ਤੁਹਾਡੀਆਂ ਆਉਂਦੀਆਂ ਨੇ, ਸਪੋਜ਼ ਹੁਣ ਅੱਗੋਂ ਅਕੋਮੋਡੇਸ਼ਨ ਦੀ ਦਿੱਕਤ ਹੈ, ਉਹ ਮਾਈ ਵੀਜ਼ਾ ਤੁਹਾਡੀ ਹੈਲਪ ਕਰਦਾ ਹੈ। ਇਹ ਟਿਕਟ ਦੀ ਪ੍ਰੋਬਲਮ ਆਉਂਦੀ ਹੈ, ਉਹ ਤੁਹਾਡੀ ਮਾਈ ਵੀਜ਼ਾ ਕਰੇਗਾ। ਅੰਬੈਸੀ ਦਾ ਜਿਹੜੀ ਫੀਸ ਹੈਗੀ ਉਹ ਤੁਸੀਂ ਆਪਣੇ ਕ੍ਰੈਡਿਟ ਕਾਰਡ ਤੋਂ ਜਿਹੜੀ ਹੈ ਉਹ ਸੈਂਡ ਕਰਨੀ ਹੈ। ਤੋ ਜਿਹੜੇ ਕਾਲਜ ਜਿਹੜੀ ਫੀਸ ਹੈ ਉਹ ਤੁਸੀਂ ਬਾਅਦ ਚ ਜਮ੍ਹਾਂ ਕਰਾਣੀ ਹੈ ਵੀਜ਼ਾ ਲੱਗਣ ਤੋਂ ਬਾਅਦ। ਉੱਥੇ ਇਟਲੀ ਲੈਂਡ ਕਰਨ ਤੋਂ ਬਾਅਦ ਤੋ ਬੜਾ ਜਿਹੜਾ ਪ੍ਰੋਸੈਸ ਹੈ ਇਹ ਸਿਸਟਮੈਟਿਕ ਪ੍ਰੋਸੈਸ ਹੈ। ਤੁਸੀਂ ਜਦੋਂ ਮਾਈ ਵੀਜ਼ਾ ਦੇ ਆਫਿਸ ਦੇ ਵਿੱਚ ਚਾਹੇ ਗੰਗਾਨਗਰ ਸਾਨੂੰ ਉੱਥੇ ਤੁਸੀਂ ਮਿਲਣ ਆਉਂਦੇ ਹੋ ਜਾਂ ਪਰਲ ਪੈਲੇਸ ਕੁਮਾਰ ਮੰਡੀ ਲੁਧਿਆਣਾ ਦੇ ਵਿੱਚ ਸਾਨੂੰ ਮਿਲਣ ਆਉਂਦੇ ਹੋ ਤਾਂ ਅਪਾਇੰਟਮੈਂਟ ਲੈ ਕੇ ਤਾਂ ਤੁਹਾਨੂੰ ਅਸੀਂ 15-20 ਮਿੰਟ ਅੱਧਾ ਘੰਟਾ ਇਸ ਪ੍ਰੋਸੈਸ ਜਾਂਦੇ ਆ। ਤੁਹਾਨੂੰ ਲਿਖ ਕੇ ਦਿੰਦੇ ਆ ਹਰ ਚੀਜ਼ ਕਿ ਵੀ ਇਸ ਸਮੇਂ ਦੇ ਵਿੱਚ ਇੰਨਾ ਪ੍ਰੋਸੈਸ ਹੋਏਗਾ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਰਹੇ ਕਿ ਵੀ ਸਰ ਹੁਣ ਮੇਰਾ ਪ੍ਰੋਸੈਸ ਕਿੱਥੇ ਪਹੁੰਚਿਆ ਹੈ, ਕਿੰਨੀ ਦੇਰ ਲੱਗੇਗੀ। ਉਹ ਤੁਹਾਨੂੰ ਇੱਕ ਦਿਨ ਅਸੀਂ ਪਹਿਲੇ ਦੱਸ ਦੇਣਾ ਕਿ ਵੀ ਇਹਨੇ ਦਿਨ ਸਾਡਾ ਇਹ ਪ੍ਰੋਸੈਸ ਹੋਏਗਾ। ਸੋ ਕਹਿਣ ਦਾ ਮਕਸਦ ਇਹ ਹੋਇਆ ਕਿ ਓਵਰਆਲ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਹੈ ਇਹਦੇ ਵਿੱਚ ਜਿਹੜੀ ਵਰਕ ਪਰਮਿਟ ਦੀ ਆਪਾਂ ਗੱਲ ਕਰਦੇ ਹਾਂ ਉੱਥੇ ਕਿ ਜਦੋਂ ਤੁਸੀਂ ਉੱਥੇ ਜਾਂਦੇ 20 ਆਵਰਸ ਤੁਹਾਨੂੰ ਰਾਈਟ ਮਿਲਦੇ ਨੇ। ਜਾ ਕੇ ਤੁਸੀਂ ਜਾਂਦੇ ਸਾਰ ਹੀ ਤੁਸੀਂ ਉੱਥੇ ਕੰਮ ਵੀ ਕਰ ਸਕਦੇ ਹੋ। ਤੁਸੀਂ ਇਹ ਮੰਨ ਕੇ ਚਲੋ ਕਿ 8 ਯੂਰੋ ਤੋਂ ਲੈ ਕੇ 15 ਯੂਰੋ ਤੱਕ ਪਰ ਆਵਰ ਦਾ ਦੇਖੋ ਤੁਹਾਨੂੰ ਅਰਨਿੰਗ ਹੈ। ਤਾਂ ਬਹੁਤ ਪਿਆਰੀ ਅਰਨਿੰਗ ਹੈ। ਮੈਂ ਔਨ ਐਵਰੇਜ 10 ਯੂਰੋ ਵੀ ਲੈ ਕੇ ਤੁਰਾਂ ਪਰ ਆਵਰ ਤਾਂ 850 ਦੇ ਕਰੀਬ ਤੁਹਾਡੀ ਅਰਨਿੰਗ ਪਰ ਆਵਰ ਦੀ ਹੋ ਜਾਂਦੀ ਹੈ। ਤੇ ਤੁਸੀਂ 20 ਆਵਰਸ ਪਰ ਵੀਕ ਮੀਨਸ 4 ਡੇਜ਼ ਅ ਵੀਕ ਤੁਸੀਂ ਉੱਥੇ ਕੰਮ ਕਰ ਸਕਦੇ ਹੋ। ਫਿਰ ਜਦੋਂ ਤੁਸੀਂ ਤੁਹਾਨੂੰ ਪੋਸਟ ਸਟੱਡੀ ਜਿਹੜਾ ਵਰਕ ਪਰਮਿਟ ਹੈ ਤੁਸੀਂ 3 ਸਾਲ ਦੀ ਆਪਣੀ ਡਿਗਰੀ ਕਰ ਲੈਂਦੇ ਹੋ ਜਾਂ 2 ਸਾਲ ਦੀ ਮਾਸਟਰ ਕਰਦੇ ਹੋ, ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ ਹੈ। ਉਸ ਤੋਂ ਬਾਅਦ ਤੁਸੀਂ PR ਦੇ ਲਈ ਐਲੀਜੀਬਿਲਿਟੀ ਰੱਖਦੇ ਹੋ। तो कितना मतलब ब्यूटीफुल डेस्टिनेशन है इटली और ਤੁਹਾਡੇ ਲਈ ਆਲਮੋਸਟ ਸਾਰਾ ਹੀ ਫ੍ਰੀ ਆਫ ਕਾਸਟ ਹੈ ਕਿ 4.5 ਲੱਖ ਰੁਪਇਆ ਹਰ ਸਾਲ ਤੁਹਾਨੂੰ ਯੂਨੀਵਰਸਿਟੀ ਪੇ ਕਰ ਰਹੀ ਹੈ ਔਰ ਤੁਸੀਂ ਸਿਰਫ 1000 ਯੂਰੋ ਜਿਹੜਾ ਹੈ ਉਹ ਵੀ ਇਟਲੀ ਜਾ ਕੇ ਉਹ ਵੀ ਇੰਸਟਾਲਮੈਂਟ ਦੇ ਵਿੱਚ ਪੇ ਕਰਦੇ ਹੋ। ਤਾਂ ਇਹ ਬਹੁਤ ਵਧੀਆ ਗੱਲ ਹੈ। ਸੋ ਆਪਾਂ ਨੂੰ ਇਸ ਅਪਰਚੂਨਿਟੀ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਔਰ HRD ਤੁਹਾਨੂੰ ਔਰ ਅਪੋਸਟਲ ਤੁਹਾਨੂੰ ਹੈਲਪ ਕਰਾਂਗੇ ਪੂਰੀ। ਕਈਆਂ ਨੂੰ ਨਹੀਂ ਪਤਾ ਲੱਗਦਾ ਕਿ HRD ਕੀ ਹੁੰਦੀ ਹੈ, ਜਿਹੜੀ ਹਿਊਮਨ ਰਿਸੋਰਸਿਸ ਡਿਪਾਰਟਮੈਂਟ ਹੈ ਸਟੇਟ ਬੋਰਡ ਤੋਂ, ਉਹ ਕਿਵੇਂ ਤੁਹਾਡੀ ਜਿਹੜੀ +2 ਸਰਟੀਫਿਕੇਟ ਨੇ ਉਹ HRD ਕਰਨਗੇ, ਉਹ ਵੀ ਤੁਹਾਡੀ ਹੈਲਪ ਕਰ ਦਾਂਗੇ। ਅਪੋਸਟਲ ਕਿਵੇਂ ਹੋਣੀ ਹੈ ਪਟਿਆਲਾ ਹਾਊਸ ਤੋਂ, ਉਹ ਤੁਹਾਡੀ ਹੈਲਪ ਕਰਾਂਗੇ। ਤੋਂ ਕਿਸੇ ਵੀ ਕਿਸਮ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਕਿ ਤੁਹਾਨੂੰ ਕੋਈ ਪ੍ਰੋਬਲਮ ਆਏਗੀ। ਇੱਕ ਚੀਜ਼ ਲਿਖ ਕੇ ਦੱਸਾਂਗੇ, ਉਸ ਤੋਂ ਬਾਅਦ ਉੱਤੇ ਆਪਾਂ ਉਹਨੂੰ ਇੰਪਲੀਮੈਂਟ ਕਰਾਂਗੇ। ਸੋ ਮੇਰੇ ਖਿਆਲ ਦੇ ਨਾਲ ਆਪਾਂ ਕਾਫੀ ਕੁਝ ਕਲੀਅਰ ਕੀਤਾ ਹੈ। ਆਲਮੋਸਟ ਡਨ ਹੋ ਗਿਆ। ਹਾਂ, ਸਪਾਊਸ ਵੀਜ਼ਾ ਦੀ ਗੱਲ ਕਰੀਏ ਤਾਂ ਸਪਾਊਸ ਤੁਸੀਂ ਨਹੀਂ ਲਿਜਾ ਸਕਦੇ। ਤੁਸੀਂ ਉਸ ਤੋਂ ਬਾਅਦ ਡਿਪੈਂਡੈਂਟ ਵੀਜ਼ਾ ਬਾਅਦ ਅਪਲਾਈ ਕਰ ਸਕਦੇ ਹੋ। ਤੁਸੀਂ ਉੱਥੇ 1 ਸਾਲ ਦੀ ਜੋ ਸਟੱਡੀ ਕਰ ਲੈਂਦੇ ਹੋ, ਐਟਲੀਸਟ 6 ਮਹੀਨੇ ਸਟੱਡੀ ਕਰਦੇ ਹੋ ਤਾਂ 6 ਮੰਥਸ ਬਾਅਦ ਤੁਸੀਂ ਆਪਣੇ ਫੈਮਿਲੀ ਨੂੰ, ਆਪਣੇ ਸਪਾਊਸ ਨੂੰ, ਆਪਣੇ ਬੱਚਿਆਂ ਨੂੰ ਉੱਥੇ ਲਿਜਾ ਸਕਦੇ ਹੋ। ਪਰ ਵੀਜ਼ਾ ਉਹਦਾ ਡਿਫਰੈਂਟ ਲੱਗਦਾ। ਉਹ ਵੀਜ਼ਾ ਲੱਗੇ ਨਾ ਲੱਗੇ ਉਹ ਬਾਅਦ ਦੀ ਗੱਲਾਂ ਨੇ। ਅਸੀਂ ਸਿਰਫ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਹਾਂ। ਉਹ ਸਪਾਊਸ ਵੀਜ਼ਾ ਜਿਹੜਾ ਡਿਪੈਂਡੈਂਟ ਵੀਜ਼ਾ ਹੈ ਉਹ ਬਾਅਦ ਚ ਡਿਪੈਂਡ ਕਰਦਾ ਹੈ ਕਿ ਜਿਹੜੀ ਐਮਬੈਸੀ ਹੈ ਉਹ ਤੁਹਾਡੇ ਸਪਾਊਸ ਨੂੰ ਜਾਂ ਬੱਚਿਆਂ ਨੂੰ ਵੀਜ਼ਾ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ। ਉਹ ਲੇਟਰ ਸਟੇਜ 'ਤੇ ਆਪਾਂ ਦੇਖ ਸਕਦੇ ਹਾਂ। ਤੁਹਾਡੀ ਅਰਨਿੰਗ ਜਿਹੜੀ ਹੈ ਅਪਰੋਕਸੀਮੇਟਲੀ ਮੰਨ ਕੇ ਚਲੋ ਕਿ 400-500 ਯੂਰੋ ਈਜ਼ੀਲੀ ਹੋ ਜਾਂਦੀ ਹੈ। ਤੁਸੀਂ ਆਪਣਾ ਰਹਿਣ ਖਾਣ ਪੀਣ ਦਾ ਖਰਚਾ ਰਹਿਣ ਖਾਣ ਪੀਣ ਦਾ ਖਰਚਾ ਹੁੰਦਾ ਹੈ। ਵਕੇਸ਼ਨਸ ਦੇ ਵਿੱਚ ਤੁਹਾਡੀ ਜਿਹੜੀ ਅਰਨਿੰਗ ਹੈ ਉਹ 800 ਤੋਂ 1000 ਯੂਰੋ 'ਚ ਹੋ ਜਾਂਦੀ ਹੈ। ਡਿਪੈਂਡ ਕਰਦਾ ਤੁਸੀਂ ਕਿੰਨੇ ਮਿਹਨਤੀ ਹੋ ਔਰ ਤੁਸੀਂ ਕਿਹੜਾ ਕੰਮ ਕਰ ਰਹੇ ਹੋ। ਤੇ ਰੈਲੇਵੈਂਸੀ ਵਾਲਾ ਕੰਮ ਕਰੋ ਹਮੇਸ਼ਾ। ਜਿਹੜਾ ਤੁਸੀਂ ਕੋਰਸ ਲਿਆ, ਜੇ ਤੁਸੀਂ ਸਪੋਜ਼ IT ਸੈਕਟਰ 'ਚ ਹੋ ਤਾਂ ਤੁਸੀਂ ਉੱਥੇ ਕੰਪਿਊਟਰ ਬੇਸਡ ਹੀ ਕੰਮ ਕਰੋ। ਜੇ ਤੁਸੀਂ ਉੱਥੇ ਸੇਲਸ ਐਂਡ ਮਾਰਕੀਟਿੰਗ ਵੀ ਕੋਈ ਕੋਰਸ ਲਿਆ ਤਾਂ ਸੇਲਸ ਐਂਡ ਮਾਰਕੀਟਿੰਗ ਦਾ ਕੰਮ ਕਰੋ। ਸੋ ਕਹਿਣ ਦਾ ਮਕਸਦ ਹੈ ਕਿ ਜੇ ਤੁਸੀਂ ਰੈਲੇਵੈਂਸੀ ਦੇ ਨਾਲ ਉੱਥੇ ਕੋਰਸ ਕਰਨ ਦੇ ਨਾਲ ਜੌਬ ਲੈਂਦੇ ਹੋ ਤੇ ਚਾਂਸਿਸ ਤੁਹਾਡੇ ਬਹੁਤ ਜ਼ਿਆਦਾ ਹੁੰਦੇ ਕਿ ਤੁਹਾਨੂੰ ਪੋਸਟ ਸਟੱਡੀ ਵਰਕ ਮਿਲ ਜਾ ਔਰ ਤੁਹਾਨੂੰ PR ਦੇ ਚਾਂਸ ਵੀ ਜ਼ਿਆਦਾ ਵੱਧ ਜਾਂਦੇ। ਇਹ ਆਲ ਓਵਰ ਵਰਲਡ ਦੇ ਵਿੱਚ ਹੀ ਸੇਮ ਚੱਲਦਾ ਕਿ ਰੈਲੇਵੈਂਸੀ ਦੇ ਨਾਲ ਜੇ ਤੁਸੀਂ ਜੌਬ ਕਰਦੇ ਹੋ ਤਾਂ PR ਦੇ ਚਾਂਸਿਸ ਜ਼ਿਆਦਾ ਵੱਧ ਜਾਂਦੇ ਨੇ। ਸੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਔਰ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਤੁਹਾਨੂੰ ਨਵੇਂ ਤੋਂ ਨਵੇਂ ਇੱਕ ਟੌਪਿਕ ਦਸੀਏ ਔਰ ਨੈਕਸਟ ਜਿਹੜਾ ਆਪਾਂ 2 ਅਪ੍ਰੈਲ ਨੂੰ ਆਪਾਂ ਲਾਈਵ ਹੋਵਾਂਗੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਮੇਰੇ ਫਰੈਂਡਸ ਵਰਕ ਪਰਮਿਟ ਜਾਂ ਫੀ ਆਫਟਰ ਵੀਜ਼ਾ ਜਾਂ ਮੈਨੂੰ 1-2 ਹੋਰ ਟੌਪਿਕਸ ਮੇਰੇ ਮਾਈਂਡ 'ਚ ਹੈਗੇ ਸੀ ਜਿਹੜੇ ਆਪਾਂ ਡਿਸਕਸ ਕਰਾਂਗੇ। ਬੜੇ ਇੰਪੋਰਟੈਂਟ ਟੌਪਿਕ ਨੇ ਔਰ ਸਾਡੇ ਨਾਲ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ। ਸੋ ਇਹ ਜਿਹੜੀ ਸੀਰੀਜ਼ ਸਾਡੀ ਕੋਸ਼ਿਸ਼ ਕੀ ਸੀ ਹਿੰਦੀ 'ਚ ਹੀ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਨਾਲ ਜੁੜਦੇ ਨੇ ਉਹ ਅੱਛੀ ਅਰਨਿੰਗ ਕਰਨ ਔਰ ਜਿਹੜੇ ਸਟੂਡੈਂਟ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਪ੍ਰੋਪਰ ਕਾਉਂਸਲਿੰਗ ਹੋਵੇ ਔਰ ਆਪਣੀ ਡਿਜ਼ਾਇਰਡ ਜਿਹੜੀ ਉਹਨਾਂ ਨੂੰ ਡੈਸਟੀਨੇਸ਼ਨ ਹੈ
ਕਿਸੇ ਵੀ ਕੰਟਰੀ ਦਾ ਜਿਹੜਾ ਡ੍ਰੀਮ ਹੈ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦਾ, ਉੱਥੇ ਜਾ ਕੇ ਆਪਣਾ ਫਿਊਚਰ ਬ੍ਰਾਈਟ ਕਰਨ। ਔਰ ਮਾਈ ਵੀਜ਼ਾ ਉਹਨਾਂ ਨੂੰ ਪੂਰੀ ਹੈਲਪ ਕਰਦਾ ਹੈ, ਪੂਰੀ ਅਸਿਸਟੈਂਸ ਕਰਦਾ ਹੈ। ਅਸੀਂ ਪੂਰੀ ਉਹਨਾਂ ਨੂੰ ਕੰਸਲਟੈਂਸੀ ਦਿੰਦੇ ਹਾਂ, ਸੱਚੀ ਔਰ ਸੁੱਚੀ ਸਲਾਹ ਦਿੰਦੇ ਹਾਂ ਤਾਂ ਕਿ ਕਿਸੇ ਵੀ ਕਿਸਮ ਦੀ ਕੋਈ ਡਾਈਵਰਜਨ ਤੁਹਾਡੇ ਮਾਈਂਡ ਵਿੱਚ ਨਾ ਹੋਵੇ। ਸੋ 2 ਅਪ੍ਰੈਲ ਤੱਕ ਮੈਨੂੰ ਦਿਓ ਇਜਾਜ਼ਤ। ਸ਼ਾਮੀ 5 ਵਜੇ ਸ਼ੁੱਕਰਵਾਰ ਨੂੰ ਫਿਰ ਮੈਂ ਤੁਹਾਡੇ ਨਾਲ ਰੂਬਰੂ ਹੋਵਾਂਗਾ। ਤਦ ਲਈ ਸਤਿ ਸ਼੍ਰੀ ਅਕਾਲ।